ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ। ਮੈਂ ਸ਼ਰੀ ਔਰ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਬਹੁਤ ਹੀ ਅਹਿਮ ਮੁੱਦੇ ਦੇ ਨਾਲ। ਅਹਿਮ ਮੁੱਦੇ ਦੇ ਵਿੱਚ ਗੱਲ ਕਰਾਂਗੇ ਅਫਗਾਨਿਸਤਾਨ ਦੇ ਜਿਹੜੇ ਖਰਾਬ ਹਾਲਾਤਾਂ ਦੀ ਗੱਲ ਕਰਾਂਗੇ। ਅਫਗਾਨਿਸਤਾਨ ਦੇ ਖਰਾਬ ਹਾਲਾਤਾਂ ਦੇ ਵਿੱਚ ਉਜੜੇ 141 ਉਹ ਸ਼ਰਨਾਰਥੀ ਜਿਨ੍ਹਾਂ ਦੇ ਲਈ ਰਾਹਤ ਭਰੀ ਖਬਰ ਮੰਨੀ ਜਾ ਰਹੀ ਹੈ। ਮੈਕਸੀਕੋ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਆਧਾਰ ਦੇ ਉੱਤੇ ਜਿਹੜੇ ਹੈ ਇਹਨਾਂ ਨੂੰ ਪਨਾਹ ਦੇ ਦਿੱਤੀ ਹੈ, ਇਹਨਾਂ ਨੂੰ ਰਹਿਣ ਬਸੇਰਾ ਜਿਹੜਾ ਉਹਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਲਈ ਇੱਕ ਜੱਥਾ ਮੈਕਸੀਕੋ ਦੇ ਵਿੱਚ ਪਹੁੰਚ ਚੁੱਕਾ ਹੈ। ਉਹਨਾਂ ਦਾ ਰਹਿਣ ਸਹਿਣ ਉੱਥੇ ਕਿਵੇਂ ਚੱਲ ਰਿਹਾ ਹੈ, ਕੀ ਉਹਨਾਂ ਦੀ ਹੋਰ ਮਦਦ ਕੀਤੀ ਜਾ ਰਹੀ ਹੈ ਜਾਂ ਹੋਰ ਕਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ, ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ, ਇਸ ਟੌਪਿਕ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਅਤੇ ਜਿਹੜੇ ਦਰਸ਼ਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਜੁੜ ਸਕਦੇ ਨੇ। ਫੇਸਬੁੱਕ ਦੇ ਉੱਤੇ ਵੀ ਤੁਸੀਂ ਸਵਾਲ ਲਿਖ ਸਕਦੇ ਹੋ, ਨਾਲ ਦੀ ਨਾਲ ਤੁਹਾਡੇ ਸਵਾਲ ਅਸੀਂ ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਔਰ ਜਿਹੜੇ ਲੋਕ ਫੋਨ ਕਰਨਾ ਚਾਹੁੰਦੇ ਨੇ, ਫੋਨ ਕਾਲਸ ਓਪਨ ਹੈ। ਫੋਨ ਦੇ ਉੱਤੇ ਵੀ ਤੁਸੀਂ ਜਿਹੜੀ ਹੈ ਉਹ ਸਾਡਾ ਆਪਣੀ ਗੱਲ ਜਿਹੜੀ ਰੱਖ ਸਕਦੇ ਹੋ। ਬਹੁਤ ਅਹਿਮ ਮੁੱਦਾ ਇਸ ਵੇਲੇ ਘੱਟ ਗਿਣਤੀ ਜਿਹੜੇ ਲੋਕ ਹੈਗੇ ਨੇ, ਜਿਸ ਤਰੀਕੇ ਦੇ ਹਾਲਾਤ ਅਫਗਾਨਿਸਤਾਨ ਦੇ ਵਿੱਚ ਬਣੇ, ਉਹਨਾਂ ਦੇ ਲਈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕੈਨੇਡਾ ਦੇ ਵੱਲੋਂ ਵੀ ਕੀਤੀ ਜਾ ਰਹੀ ਸੀਗੀ, ਇੱਥੇ ਵੀ ਕੁਝ ਪਰਿਵਾਰ ਲਿਆਂਦੇ ਗਏ ਅਤੇ ਹੁਣ ਮੈਕਸੀਕੋ ਦੇ ਵਿੱਚ ਇਹ 141 ਪਰਿਵਾਰਾਂ ਨੂੰ ਜਿਹੜੀ ਹੈ ਪਨਾਹ ਦਿੱਤੀ ਗਈ ਹੈ। ਬਹੁਤ ਹੀ ਰਾਹਤ ਵਾਲੀ ਖਬਰ ਮੰਨੀ ਜਾ ਰਹੀ ਹੈ। ਪਰ ਬਹੁਤ ਸਾਰੇ ਲੋਕ ਹੋਰ ਅਜਿਹੇ ਨੇ ਜਿਹੜੇ ਹਜੇ ਵੀ ਅਫਗਾਨਿਸਤਾਨ ਦੇ ਵਿੱਚ ਉਮੀਦ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਪਨਾਹ ਦਿੱਤੀ ਜਾਵੇ, ਉਹਨਾਂ ਨੂੰ ਵੀ ਜਿਹੜੇ ਕਈ ਦੇਸ਼ ਹੈ ਉਹ ਉੱਥੋਂ ਕੱਢ ਸਕਣ ਬਾਹਰ। ਸੋ ਇਸ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਖਾਸ ਤੌਰ ਦੇ ਉੱਤੇ ਇਸ ਅਹਿਮ ਕੰਮ ਦੇ ਵਿੱਚ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਬਿਨਾਂ ਸਵਾਰਥ ਦੇ ਇਸ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਵਿੰਦਰ ਸਿੰਘ ਦੇ ਨਾਲ। ਗੁਰਵਿੰਦਰ ਸਿੰਘ ਜੀ ਬਾਰੇ ਮੈਂ ਦੱਸ ਦਿੰਦੀ ਹਾਂ, ਚੀਫ ਆਪਰੇਸ਼ਨ ਨੇ ਕੈਨੇਡਾ ਦੇ ਐਂਡ ਡਾਇਰੈਕਟਰ ਫਰੋਮ ਆਸਟ੍ਰੇਲੀਆ ਨੇ। ਸੋ ਇਸ ਟੌਪਿਕ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੰਟੀਨਿਊ ਰਾਬਤੇ ਦੇ ਵਿੱਚ ਨੇ ਇਹਨਾਂ ਲੋਕਾਂ ਦੇ। ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਰਾਬਤੇ ਦੇ ਵਿੱਚ ਗੁਰਵਿੰਦਰ ਸਿੰਘ ਹੋਣੀ, ਉਹਨਾਂ ਦੀ ਟੀਮ ਪੂਰੀ ਉਹਨਾਂ ਦੇ ਰਾਬਤੇ ਦੇ ਵਿੱਚ ਹੈਗੀ ਹੈ। ਸੋ ਸਵਾਗਤ ਕਰਦੇ ਹਾਂ ਗੁਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਸ਼ੈਰੀ ਜੀ, ਅਤੇ ਚੈਨਲ ਪੰਜਾਬੀ ਵੇਖਦੇ ਸਾਰੇ ਸਰੋਤਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਜੀ, ਇਸ ਵੇਲੇ ਤੁਸੀਂ ਤਾਂ ਉਹਨਾਂ ਹਾਲਾਤਾਂ ਨੂੰ ਬਹੁਤ ਕਰੀਬ ਤੋਂ ਦੇਖ ਕੇ ਆਏ ਹੋ। ਇਸ ਵੇਲੇ 141 ਪਰਿਵਾਰ ਜਿਹੜੇ ਨੇ ਉਹਨਾਂ ਨੂੰ ਪਨਾਹ ਦੇਣਾ ਇਹ ਬਹੁਤ ਵੱਡੀ ਚੀਜ਼ ਹੈਗੀ ਹੈ, ਰਾਹਤ ਵਾਲੀ ਚੀਜ਼ ਹੈ। ਸਭ ਤੋਂ ਪਹਿਲਾਂ ਤਾਂ ਇੱਥੋਂ ਜਾਣਨਾ ਚਾਹਾਂਗੇ ਕਿ 141 ਜਿਹੜੇ ਪਰਿਵਾਰ ਹੈ ਉਹਨਾਂ ਨੂੰ 141 ਲੋਕਾਂ ਨੂੰ ਜਿਹੜੀ ਪਨਾਹ ਦਿੱਤੀ ਗਈ ਹੈ ਉਹ ਕਿਹੜੇ ਬਿਹਾਫ 'ਤੇ ਦਿੱਤੀ ਗਈ, ਕਿਵੇਂ ਉਹਨਾਂ ਦੀ ਚੋਣ ਕੀਤੀ ਗਈ? ਜੀ ਪਹਿਲੇ ਮੈਂ ਕਰੈਕਟ ਕਰ ਦੇਣਾ, 141 141 ਨੰਬਰਸ ਨੇ। ਓਕੇ, 141 ਨੰਬਰਸ ਨੇ, ਠੀਕ ਹੈ। 141 ਨੰਬਰਸ ਨੇ ਅਤੇ ਇਹਨਾਂ ਨੂੰ ਅਨਕੰਡੀਸ਼ਨਲ ਪੋਲੀਟੀਕਲ ਅਜ਼ਾਲਮ ਮਿਲੀ ਹੈ ਮੈਕਸੀਕੋ ਕੰਟਰੀ ਦੇ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ, ਅਫਗਾਨਿਸਤਾਨ ਦੇ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀ ਹੈ, ਜਿਸ ਦੇ ਵਿੱਚ ਇਹ ਪ੍ਰੋਬਲਮ ਪਿਛਲੇ 30-40 ਸਾਲਾਂ ਤੋਂ 1970ਵੇਂ ਦੇ ਦਹਾਕੇ ਤੋਂ ਚੱਲ ਰਹੀ ਹੈ। ਉਸ ਵੇਲੇ ਜੇ ਵੇਖਿਆ ਜਾਵੇ ਤਾਂ ਉੱਥੇ ਸਿੱਖਾਂ ਦੀ ਪਾਪੂਲੇਸ਼ਨ 2 ਲੱਖ ਤੋਂ ਵੱਧ ਸੀ। ਉੱਥੇ ਸਿੱਖਾਂ ਦੇ ਮੈਂਬਰ ਪਾਰਲੀਮੈਂਟ ਵੀ ਸੀ ਜਾਂ ਹੋਰ ਵੀ ਭਾਈਚਾਰੇ, ਹਿੰਦੂ ਭਾਈਚਾਰਾ ਵੀ ਸੀ, ਹਜ਼ਾਰਾ ਕਮਿਊਨਿਟੀਜ਼ ਦੇ ਵੀ ਸੀ। ਪਰ ਜਿਉਂ-ਜਿਉਂ ਉੱਥੇ ਪ੍ਰੋਬਲਮ ਡਿਸਟਰਬੈਂਸ ਸ਼ੁਰੂ ਹੋਈਆਂ, ਉੱਥੋਂ ਜਿਹੜੇ ਨੇ ਮਾਈਨੋਰਿਟੀਜ਼ ਮਾਈਗਰੇਟ ਹੋਣੀ ਸ਼ੁਰੂ ਹੋ ਗਈਆਂ। ਜਿਹੜੇ ਤੇ ਆਪਣੇ ਹੀਲੇ ਵਸੀਲੇ ਦੇ ਨਾਲ ਲੋਕ ਮਾਈਗ੍ਰੇਟ ਕਰ ਸਕਦੇ ਸੀ ਉਹ ਇੰਗਲੈਂਡ ਚਲੇ ਗਏ, ਕੈਨੇਡਾ, ਆਸਟ੍ਰੇਲੀਆ ਵੀ ਆਏ ਕੁਝ ਪਰਿਵਾਰ। ਇੱਦਾਂ ਕਰਕੇ ਸਲੋਲੀ ਮਾਈਗ੍ਰੇਟ ਹੋ ਗਏ। ਪਰ ਜਿਹੜੇ ਬਿਲਕੁਲ ਰਹਿ ਗਏ ਉੱਥੇ ਉਹ ਪਰਿਵਾਰ ਰਹਿ ਗਏ ਜਿਨ੍ਹਾਂ ਦੇ ਕੋਲ ਆਪਣੇ ਹੀਲੇ ਵਸੀਲੇ ਘੱਟ ਸੀ। ਉਹਨਾਂ ਦੇ ਕੋਲ ਫਾਈਨੈਂਸ਼ੀਅਲ ਕੰਡੀਸ਼ਨ ਇੱਦਾਂ ਦੀ ਨਹੀਂ ਸੀ ਕਿ ਉਹ ਆਪ ਆਪਣੇ ਪਰਿਵਾਰ ਨੂੰ ਉੱਥੋਂ ਮਾਈਗ੍ਰੇਟ ਕਰ ਸਕਣ। ਪਰ ਉੱਥੇ ਛੋਟਾ ਮੋਟਾ ਕਾਰੋਬਾਰ ਕਰਕੇ, ਟ੍ਰੇਡਿੰਗ ਕਰਕੇ ਉਹ ਆਪਣਾ ਗੁਜ਼ਾਰਾ ਬਸਰ ਕਰਦੇ ਸੀ। ਅਤੇ ਉਹ ਵੀ ਜਿਹੜੇ ਆਪਾਂ ਵੇਖਿਆ ਜਾਵੇ ਤਾਂ ਪਿਛਲੇ 2018 ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਟੈਕ ਕੀਤਾ ਜਾਂਦਾ, ਜਿੱਥੇ ਕਿ 25 ਦੇ ਕਰੀਬ ਜਿਹੜੇ ਆ ਉਹ ਸਿੱਖ ਸ਼ਹੀਦ ਹੋ ਜਾਂਦੇ ਆ, ਬੱਚੇ ਬੀਬੀਆਂ ਵੀ ਨਾਲ। ਅਤੇ ਉਸ ਵੇਲੇ ਜਿਹੜੀ ਗਿਣਤੀ ਹੈ ਉੱਥੇ 650 ਦੇ ਕਰੀਬ ਅਫਗਾਨਿਸਤਾਨ ਦੇ 3 ਮੇਨ ਸ਼ਹਿਰਾਂ ਦੇ ਵਿੱਚ, ਕਾਬੁਲ, ਗਜ਼ਨੀ ਅਤੇ ਜਲਾਲਾਬਾਦ, ਉੱਥੇ ਰਹਿ ਜਾਂਦੀ ਹੈ। ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਵੀ ਬੰਦੇ ਸਲੋਲੀ ਮਾਈਗ੍ਰੇਟ ਹੋ ਕੇ ਉੱਥੇ 150 ਦੇ ਕਰੀਬ ਜਿਹੜੀ ਹੈ ਇੱਕ ਹੀ ਸ਼ਹਿਰ ਦੇ ਵਿੱਚ, ਕਾਬੁਲ ਦੇ ਵਿੱਚ ਜਿਹੜਾ ਗੁਰਦੁਆਰਾ ਕਰਤੇ ਪ੍ਰਵਾਨ ਆ, ਉੱਥੇ ਉਹ ਵਿਚਾਰੇ ਡਰੇ ਸਹਿਮੇ ਹੋਏ ਲੋਕ ਬੈਠੇ ਨੇ, ਜਿਸ ਦੇ ਵਿੱਚ ਸਿੱਖ ਬਹੁ ਗਿਣਤੀ ਦੇ ਵਿੱਚ ਨੇ ਅਤੇ ਕੁਝ ਕੁ ਹਿੰਦੂ ਪਰਿਵਾਰ ਨੇ। ਔਨ ਟੋਪ ਆਫ 150 ਉੱਥੇ ਕੁਛ ਕੁ ਜਿਹੜੇ ਨੇ ਹਜ਼ਾਰਾ ਕਮਿਊਨਿਟੀ ਦੇ ਜਿਹੜੇ ਮੁਸਲਮਾਨ ਨੇ ਜਿਨ੍ਹਾਂ ਨੂੰ ਮਾਰਿਆ ਦਬਲਿਆ ਕੁਚਲਿਆ ਜਾ ਰਿਹਾ, ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪਨਾਹ ਲੈ ਕੇ ਬੈਠੇ ਨੇ ਜੀ। ਔਰ ਇਹ ਬੜੀ ਇੱਕ ਕਾਫੀ ਕਨਫਿਊਜ਼ਨ ਇਸ ਚੀਜ਼ ਦੀ ਹੋ ਰਹੀ ਸੀ ਕਿ ਜਦੋਂ ਗੁਰਵਿੰਦਰ ਜੀ ਕੈਨੇਡਾ ਨੇ ਵੀ ਇਹ ਗੱਲ ਕਹੀ ਸੀਗੀ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ, ਤਾਂ ਇਹੀ ਲਫ਼ਜ਼ ਇਸਤੇਮਾਲ ਕੀਤਾ ਜਾ ਰਿਹਾ ਸੀ ਕਿ ਪਰਿਵਾਰ ਕੱਢੇ ਜਾਣਗੇ ਉੱਥੋਂ। ਸੋ ਇੰਨੇ ਲੋਕ ਕੱਢੇ ਜਾ ਰਹੇ ਨੇ, ਇੰਨੇ ਲੋਕਾਂ ਨੂੰ ਲਿਆਂਦਾ ਜਾ ਰਿਹਾ ਜਾਂ ਪਰਿਵਾਰਾਂ ਨੂੰ ਲਿਆਂਦਾ ਜਾ ਰਿਹਾ, ਇਹ ਜਿਹੜੀ ਚੋਣ ਹੈ ਇਹ ਫਿਰ ਕਿਵੇਂ ਕੀਤੀ ਜਾ ਰਹੀ ਹੈ ਕਿ ਇੱਕ ਪਰਿਵਾਰ ਦੇ ਇੰਨੇ ਪਰਸਨ ਨੇ? ਤੁਸੀਂ ਤਾਂ ਇਹ ਸਾਰੀ ਖੁਦ ਵੀ ਚੀਜ਼ ਦੇਖੀ ਹੈ। ਜਿਹੜੀ
ਕੈਨੇਡਾ ਵੱਲੋਂ ਗੱਲ ਕਰ ਸਕਦੇ ਹਾਂ ਜਾਂ ਮੈਂ ਆਸਟ੍ਰੇਲੀਆ ਤੋਂ ਆਇਆ ਉੱਥੋਂ ਗੱਲ ਕਰ ਸਕਦੇ ਹਾਂ। ਜਿਹੜੇ ਹੁਣ ਅਸੀਂ ਰੀਸੈਂਟਲੀ ਨਿਊਜ਼ 'ਚ ਵੇਖਦੇ ਹਾਂ ਕਿ ਉੱਥੋਂ ਇੰਨੇ ਅਫਗਾਨੀ ਪਰਿਵਾਰ ਕੱਢ ਲਏ, ਇਹਨਾਂ ਦੇ ਵਿੱਚੋਂ ਕਲੀਅਰਲੀ ਕੋਈ ਵੀ ਸਿੱਖ ਹਿੰਦੂ ਜਾਂ ਹਜ਼ਾਰਾ ਕਮਿਊਨਿਟੀ ਦਾ ਮੇਰੇ ਖਿਆਲ ਨਾਲ ਘੱਟ ਹੀ, ਸਿੱਖ ਹਿੰਦੂ ਤਾਂ ਕੋਈ ਵੀ ਨਹੀਂ ਕੱਢਿਆ। ਤੇ ਇਹ ਜਿਹੜੇ ਉਹ ਲੋਕ ਕੱਢੇ ਨੇ ਜਿਹੜੇ ਕਿ ਗਵਰਨਮੈਂਟ ਜੌਬਸ ਦੇ ਵਿੱਚ ਸੀ ਜਦੋਂ ਉੱਥੇ US ਦੀ ਗਵਰਨਮੈਂਟ ਕਾਬਜ਼ ਸੀ, ਤੇ ਉਹਨਾਂ ਦੀ ਗਵਰਨਮੈਂਟ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਲਪ ਕਰ ਰਹੇ ਸੀ, ਇੰਟਰਪ੍ਰੈਟਰ ਸੀ ਜਾਂ ਮੁਖਬਿਰ ਸੀ ਕਹਿ ਸਕਦੇ ਹਾਂ ਉਹਨਾਂ ਦੇ। ਤੇ ਇਹ ਉਹ ਬੰਦੇ ਇਹਨਾਂ ਨੇ ਪ੍ਰਾਇੋਰਟੀ ਦੇ ਬੇਸ ਤੇ ਕੱਢੇ ਆ। ਪਰ ਜਿਹੜੀਆਂ ਮਾਈਨੋਰਿਟੀਜ਼ ਜਿਨ੍ਹਾਂ ਦਾ ਘਾਣ ਕੀਤਾ ਜਾ ਰਿਹਾ, ਜਿਹੜੀਆਂ ਅੱਜ ਵੀ ਸੇਫ ਨਹੀਂ ਆ ਉੱਥੇ, ਤੁਸੀਂ ਇਮੈਜਿਨ ਕਰੋ ਕਿ 150 ਬੰਦਾ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਾ ਨਿਹੱਥਾ, ਤੇ ਜਿਸ ਕੰਟਰੀ ਦੇ ਵਿੱਚ ਹਜੇ ਤਾਲਿਬਾਨ ਦੀ ਸਰਕਾਰ ਐਸਟੈਬਲਿਸ਼ ਵੀ ਨਹੀਂ ਹੋਈ ਪ੍ਰੋਪਰਲੀ, ਤੇ ਹਰ ਬੰਦੇ ਦੇ ਕੋਲ ਹਥਿਆਰ ਹੈ, ਤੇ ਉਹ ਕਿੰਨੇ ਕੁ ਉੱਥੇ ਸੇਫ ਹੋਣਗੇ? ਜਦੋਂ ਕਿ ਜੇ ਉਹ ਤੋਂ ਪਹਿਲੇ ਵੀ ਦੇਖਿਆ ਜਾਵੇ ਤੇ ਉੱਥੇ ਇਕੱਲੀ ਤਾਲਿਬਾਨ ਦੀ ਪ੍ਰੋਬਲਮ ਨਹੀਂ ਹੈ, ਉਸ ਤੋਂ ਪਹਿਲੇ ਉੱਥੇ ਆਈਸਿਸ ਦੀ ਪ੍ਰੋਬਲਮ ਵੀ ਚੱਲ ਰਹੀ ਹੈ, ਉੱਥੇ ਦਾਇਸ਼ ਦੀ ਪ੍ਰੋਬਲਮ ਵੀ ਚੱਲ ਰਹੀ ਹੈ, ਤੇ ਇੰਟਰਨਲ ਡਿਸਪਿਊਟਸ ਇੰਨੇ ਕੁ ਜ਼ਿਆਦਾ ਨੇ ਉੱਥੇ, ਸਿਵਲ ਵਾਰ ਵਾਂਗੂ ਸਿਚੁਏਸ਼ਨ ਬਣੀ ਹੋਈ ਹੈ। ਤੇ ਜਿਹੜੇ ਸਾਡੇ ਵੀ ਈਵਨ ਦੂਸਰੀ ਧਰਮਾਂ ਦੇ ਲੋਕ ਨੇ, ਗੈਰ ਮੁਸਲਿਮ ਜਿਹੜੇ ਉੱਥੇ ਨੇ, ਉਹਨਾਂ ਨੂੰ ਜਜ਼ੀਆ ਟੈਕਸ ਦੇਣਾ ਪੈਂਦਾ ਉੱਥੇ। ਉਹਨਾਂ ਨੂੰ ਬਾਂਹ ਦੇ ਉੱਤੇ ਇੱਕ ਪੱਟੀ ਬੰਨ੍ਹ ਕੇ ਬਾਜ਼ਾਰ 'ਚ ਜਾਣਾ ਪੈਂਦਾ ਹੈ ਕਿ ਤੁਸੀਂ ਇਸ ਕਮਿਊਨਿਟੀ ਦੇ ਨਹੀਂ ਹੈਗੇ, ਤੁਸੀਂ ਇੱਥੇ ਟੈਕਸ ਦਿੰਦੇ ਹੋ, ਜੇ ਨਹੀਂ ਤੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਮੈਜਿਨ ਕਰ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦਾ ਜਿਹੜਾ ਵਿਹਾਰ ਆ ਉੱਥੇ ਕੀਤਾ ਜਾਏਗਾ। ਉਹਨਾਂ ਦੀਆਂ ਸ਼ਾਪਸ 'ਚੋਂ ਸਮਾਨ ਨਹੀਂ ਖਰੀਦਿਆ ਜਾਂਦਾ, ਉਹ ਕਿਰਤ ਵੀ ਨਹੀਂ ਕਰ ਸਕਦੇ। ਤੇ ਜੇ ਕੋਈ ਉਹ ਕੰਮ ਸ਼ੁਰੂ ਕਰਦੇ ਆ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਉਹਨੂੰ ਬਾਈਕਾਟ ਕੀਤਾ ਜਾਂਦਾ ਸੋਸ਼ਲੀ। ਤੇ ਉਹ ਲੋਕ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਗੁਜ਼ਰ ਬਸਰ ਕਰਦੇ ਹੋਣਗੇ, ਪਰ ਫਿਰ ਵੀ ਉਹ ਮੰਗਤੇ ਨਹੀਂ ਹੈ। ਪਹਿਲੀ ਗੱਲ, ਉਹ ਕਿਸੇ ਕੋਲ ਮੰਗ ਨਹੀਂ ਰਹੇ ਕਿ ਸਾਨੂੰ ਇਹ ਚੀਜ਼ ਖਾਣ ਲਈ ਦਿਓ ਜਾਂ ਸਾਨੂੰ ਇਸ ਚੀਜ਼ ਦੀ ਹੈਲਪ ਕਰੋ। ਬੀਇੰਗ ਅ ਹਿਊਮਨ ਬੀਇੰਗ ਸਿੱਖ ਆਰਗੇਨਾਈਜੇਸ਼ਨ, ਸਾਡਾ ਫਰਜ਼ ਬਣਦਾ ਕਿ ਉਹ ਵਿਚਾਰੇ ਜਿਹੜੇ ਲੋਕ ਸਾਡੇ ਅੰਡਰ ਪ੍ਰਿਵਿਲੇਜ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਬਿਆ ਜਾ ਰਿਹਾ, ਉਹਨਾਂ ਨੂੰ ਸੇਫਲੀ ਉੱਥੋਂ ਬਾਹਰ ਕੱਢ ਕੇ ਕਿਸੇ ਇਹੋ ਜਿਹੇ ਸੇਫ ਮੁਲਕਾਂ ਦੇ ਵਿੱਚ ਲੈ ਕੇ ਆਇਆ ਜਾ ਸਕੇ ਜਿੱਥੇ ਉਹ ਆਪਣਾ ਗੁਜ਼ਰ ਬਸਰ ਵਧੀਆ ਤਰੀਕੇ ਨਾਲ ਕਰ ਸਕਣ, ਆਪਣੇ ਬੱਚਿਆਂ ਨੂੰ ਪੜ੍ਹਾ ਸਕਣ, ਆਪਣਾ ਜਿਹੜਾ ਫਿਊਚਰ ਆ ਉਹ ਹੋਰ ਵਧੀਆ ਕਰ ਸਕਣ। ਜੀ, ਸੋ ਇਸ ਵੇਲੇ ਜੋ ਇਹ 141 ਲੋਕ ਜਿਹੜੇ ਪਹੁੰਚੇ ਨੇ, ਤੁਹਾਡਾ ਉਹਨਾਂ ਤੱਕ ਰਾਬਤਾ ਕਿਵੇਂ ਹੋਇਆ? ਇਸ ਵੇਲੇ ਉਹਨਾਂ ਦੀ ਸਿਚੁਏਸ਼ਨ ਕੀ ਹੈਗੀ ਹੈ? ਬੇਸ਼ੱਕ ਮੈਕਸੀਕੋ ਸਰਕਾਰ ਦਾ ਵਧੀਆ ਕਦਮ ਅਸੀਂ ਕਹਿ ਸਕਦੇ ਹਾਂ, ਰਾਹਤ ਵਾਲੀ ਖਬਰ ਹੈਗੀ ਹੈ। ਸੋ ਇਸ ਵੇਲੇ ਉਹਨਾਂ ਦਾ ਰਹਿਣ ਬਸੇਰਾ, ਉਹਨਾਂ ਤੱਕ ਫੂਡ ਪਹੁੰਚਾਉਣਾ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਇਸ ਵੇਲੇ ਜ਼ਰੂਰਤ ਦੀਆਂ, ਕਿਉਂਕਿ ਨਵੇਂ ਸਿਰੇ ਉਹਨਾਂ ਨੇ ਆਪਣਾ ਉੱਧਰ ਵਸਣਾ ਹੈਗਾ। ਸੋ ਕਿਵੇਂ ਉਹ ਸਾਰੇ ਮੈਨੇਜ ਕਰ ਰਹੇ ਨੇ? ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਲੈਂਗੁਏਜ ਦਾ ਫਰਕ ਜਿਹੜਾ ਆ ਰਿਹਾ, ਸੋ ਉਹ ਵੀ ਬੜੀ ਵੱਡੀ ਇੱਕ ਮੁਸ਼ਕਿਲ ਹੈ। ਸੇਮ ਮੈਂ ਥੋੜ੍ਹੇ ਜਿਹੇ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੂੰਗਾ। ਜਿਸ ਤਰ੍ਹਾਂ ਕਿ 650, ਜਿਸ ਤਰ੍ਹਾਂ ਮੈਂ ਦੱਸਿਆ 2018 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸਿੱਖ ਹਿੰਦੂ ਰਹਿ ਗਏ ਸੀ, ਤੇ ਬਾਅਦ ਚੋਂ ਇੰਡੀਅਨ ਗਵਰਨਮੈਂਟ ਨੇ 450 ਜਿਹੜਾ ਨੰਬਰਸ ਆ ਉਹ ਇੰਡੀਆ ਲੈ ਕੇ ਆਉਂਦੇ। ਤੇ ਉਹ ਜਦੋਂ ਇੰਡੀਆ ਲੈ ਕੇ ਆਉਂਦੇ ਉਦੋਂ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਸੀ, ਉਹਨਾਂ ਨੂੰ 2 ਵੀਕ ਕੁਆਰੰਟੀਨ ਕਰਵਾ ਕੇ, ਤੇ ਅਸੀਂ ਦੇਖਿਆ ਕਿ ਬਈ ਇਹ ਵਿਚਾਰੇ ਵੀਰ ਇੱਥੇ ਆਏ ਨੇ, ਇਹਨਾਂ ਨੂੰ ਕਿਸ ਤਰੀਕੇ ਦੀ ਹੈਲਪ ਕੀਤੀ ਜਾ ਸਕਦੀ ਹੈ, ਕਿਉਂਕਿ ਉਹ ਇਸ ਮੁਲਕ 'ਚ ਨਵੇਂ ਆ। ਭਾਵੇਂ ਉਹ ਪੰਜਾਬੀ ਬੋਲ ਲੈਂਦੇ, ਸਮਝ ਲੈਂਦੇ ਨੇ, ਪਰ ਉਹਨਾਂ ਦੀ ਐਕਸੈਂਟ ਡਿਫਰੈਂਟ ਹੋਣ ਕਰਕੇ ਅਸੀਂ ਇਮੈਜਿਨ ਕਰ ਸਕਦੇ ਹਾਂ ਸਾਡੇ ਮੁਲਕਾਂ ਦੇ ਵਿੱਚ ਤੇ ਕੋਈ ਮਾਲਵੇ 'ਚੋਂ ਦੁਆਬੇ 'ਚ ਆ ਜਾਏ ਤੇ ਉਹਦੇ ਐਕਸੈਂਟ ਦੀ ਜਿਹੜੀ ਹੈ ਡਿਫਰੈਂਟ ਹੋਣ ਕਰਕੇ ਲੋਕੀ ਬੁਲੀ ਕਰਦੇ ਆ। ਤੇ ਉਹ ਤੇ ਵਿਚਾਰੇ ਫਿਰ ਇੱਕ ਨਵੇਂ ਮੁਲਕ ਤੋਂ ਆਏ, ਤੇ ਨਾ ਉਹ ਆਪਣੀ ਪ੍ਰਾਪਰਟੀ ਵੇਚ ਕੇ ਆ ਸਕੇ, ਨਾ ਕੋਈ ਮਤਲਬ ਆਪਣੀਆਂ ਐਸੈਟਸ ਨੂੰ ਕੈਸ਼ ਹੀ ਨਹੀਂ ਕਰ ਸਕੇ। ਜੋ ਬਿਲਕੁਲ ਇੱਕ ਬਰੀਫ ਕੇਸ ਫੜਿਆ ਤੇ ਉਹ ਲੈ ਕੇ ਇਹਦੇ ਨਾਲ ਆ ਗਏ। ਤੇ ਉਹਨਾਂ ਵਾਸਤੇ ਅਸੀਂ ਉੱਥੇ ਅਫਗਾਨ ਹੈਲਪ ਡੈਸਕ ਖੋਲ੍ਹਿਆ, ਜਿਹੜਾ ਕਿ ਅੱਜ ਤੱਕ ਚੱਲ ਰਿਹਾ। 24 ਆਵਰ ਹੈਲਪ ਡੈਸਕ, ਜਿਹਦੇ ਵਿੱਚ ਉਹ ਹਰ ਤਰੀਕੇ ਦੀ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ। ਜੇ ਉਹਨਾਂ ਨੇ ਜੌਬਸ ਲੈਣੀਆਂ ਨੇ, ਜੇ ਪਹਿਲੀ ਗੱਲ ਮੈਂ ਦੱਸ ਦਿੰਦਾ ਕਿ ਉਹਨਾਂ ਨੂੰ, ਪਰਿਵਾਰਾਂ ਨੂੰ ਅਸੀਂ ਉਹਨਾਂ ਦੇ ਰੈਂਟਲ, ਗਰੋਸਰੀਜ਼, ਉਹਨਾਂ ਦੀਆਂ ਅਕੋਮੋਡੇਸ਼ਨ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ, ਉਹ ਸਾਰਾ ਅਰੇਂਜਮੈਂਟ ਅਸੀਂ ਥਰੂ ਆਪਣਾ ਅਫਗਾਨ ਹੈਲਪ ਡੈਸਕ ਅਸੀਂ ਅਰੇਂਜ ਕਰਵਾ ਕੇ ਦਿੱਤਾ। ਤੇ ਉਹਨਾਂ ਵੀਰਾਂ ਨੂੰ ਹੋਰ ਵੀ ਕਿਸੇ ਤਰੀਕੇ ਦੀ ਲੋੜ ਹੈ, ਜੇ ਫਿਰ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਰਿਫਿਊਜੀ ਸਟੇਟਸ ਦਿਵਾਉਣਾ, ਉਸ ਦੇ ਲਈ ਉਹਨਾਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਉੱਥੋਂ। ਇੰਡੀਆ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੈ ਕਿ ਉਹ ਨਾ ਤਾਂ ਉਹਨਾਂ ਨੂੰ ਆਧਾਰ ਕਾਰਡ ਮਿਲਦਾ, ਨਾ ਰਾਸ਼ਨ ਕਾਰਡ ਮਿਲਦਾ, ਨਾ ਵਰਕ ਰਾਈਟ ਨਹੀਂ, ਵਿਚਾਰੇ ਕੰਮ ਨਹੀਂ ਕਰ ਸਕਦੇ ਪ੍ਰੋਪਰ ਤਰੀਕੇ ਦੇ ਨਾਲ, ਉਹ ਇੰਨੇ ਸਕਿਲਡ ਨਹੀਂ ਹੈ, ਕੁਆਲੀਫਿਕੇਸ਼ਨ ਨਹੀਂ ਹੈ ਕਿ ਉਹ ਜੌਬਸ ਕਰ ਲੈਣ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਜ਼ਿਆਦਾਤਰ ਉਹ ਜਿਹੜੇ ਬੰਦੇ ਉੱਥੋਂ ਆਏ ਨੇ ਉਹ ਟ੍ਰੇਡਿੰਗ ਬੈਕਗਰਾਊਂਡ 'ਚ। ਤੇ ਇਹ ਸਾਰੀਆਂ ਜਿਹੜੀਆਂ ਮੁਸ਼ਕਿਲਾਤ ਦੇ ਬਾਵਜੂਦ ਵੀ ਵਿਚਾਰੇ ਫਿਰ ਵੀ ਉਹ ਆਪਣੇ ਆਪ ਨੂੰ ਸਰਵਾਈਵ ਕਰ ਰਹੇ ਨੇ, ਮੰਗ ਨਹੀਂ ਰਹੇ ਕਿਸੇ ਕੋਲੋਂ। ਹਾਂ, ਡੈਫੀਨੇਟਲੀ ਹੁਣ ਮੈਂ ਵੀ ਜੇ ਇੱਕ ਮੁਲਕ 'ਚ ਦੂਸਰੇ ਮੁਲਕ 'ਚ ਆਇਆ, ਜੇ ਪੰਜਾਬ 'ਚੋਂ ਮੈਂ ਆਸਟ੍ਰੇਲੀਆ ਗਿਆ ਤੇ ਮੈਨੂੰ ਵੀ ਪੁੱਛਣਾ ਪਊਗਾ, ਹੈਲਪ ਲੈਣੀ ਪਊਗੀ। ਚਲੋ ਅੱਜ ਕੱਲ੍ਹ ਥੋੜ੍ਹਾ ਈਜ਼ੀ ਹੋ ਗਿਆ, ਗੂਗਲ ਦੇ ਵਿੱਚ ਸਾਰੀ ਚੀਜ਼ਾਂ ਆ ਗਈਆਂ, ਪਰ ਬੰਦਾ ਪੁੱਛਦਾ ਹੈ ਕਿ ਬਈ ਮੈਂ ਲਾਇਸੈਂਸ ਬਣਾਉਣਾ ਕਿੱਥੇ ਜਾਣਾ, ਮੈਂ ਆਹ ਚੀਜ਼ ਜਾਣੀ ਹੈ, ਕਿਹੜੀ ਚੀਜ਼ ਈਜ਼ੀ ਹੈ, ਨਵੀਂ ਕੰਟਰੀ ਦੇ ਵਿੱਚ ਆ ਕੇ ਤਾਂ ਕੁਝ ਵੀ ਨਹੀਂ ਪਤਾ ਹੁੰਦਾ। ਬਿਲਕੁਲ, ਉਹ ਸਾਰੀ ਚੀਜ਼ਾਂ ਦੇ ਲਈ ਇੱਥੇ ਹੈਲਪ ਡੈਸਕ ਖੁੱਲਿਆ। ਸੇਮ ਵੇ ਜਦੋਂ ਹੁਣ ਜਿਹੜਾ ਸਾਡਾ ਪਹਿਲਾ ਜੱਥਾ ਮੈਕਸੀਕੋ ਪਹੁੰਚਿਆ, ਤੇ ਹਜੇ 141 ਪਹੁੰਚੇ ਨਹੀਂ ਹੈ, ਹਜੇ ਸਾਡਾ ਪਹਿਲਾ ਜੱਥਾ ਪਹੁੰਚਿਆ, ਉਸ ਦੇ ਵਿੱਚ ਅਸੀਂ ਮੈਕਸੀਕੋ ਦੇ ਜਿਹੜੀ ਲੋਕਲ ਸੰਗਤ ਆ, ਅਸੀਂ ਉਹਨਾਂ ਦੀ ਹੈਲਪ ਦੇ ਨਾਲ ਅਸੀਂ 1-2 ਬੰਦੇ ਅਸੀਂ ਸੋਚ ਰਹੇ ਹਾਂ ਕਿ ਫੁੱਲ ਟਾਈਮ ਹਾਇਰ ਕੀਤੇ ਜਾਣ,
ਉਹਨਾਂ ਦੀ ਦੇਖ ਰੇਖ ਲਈ। ਬਿਲਕੁਲ, ਸੋ ਜਿਹੜੇ ਕਿੰਨੇ ਕੁ ਲੋਕ ਨੇ ਪਹਿਲੇ ਜਥੇ ਦੇ ਵਿੱਚ ਗੁਰਵਿੰਦਰ ਜੀ? ਪਹਿਲੇ ਜਥੇ ਦੇ ਵਿੱਚ ਸਿਰਫ 2 ਲੋਕ ਗਏ ਨੇ ਸਿਰਫ 2 ਲੋਕ ਗਏ ਨੇ, ਬਿਲਕੁਲ, ਕਿਉਂਕਿ ਇਟਸ ਅ ਟੈਸਟ ਐਂਡ ਟ੍ਰਾਇਲ ਪਾਇਲਟ ਪ੍ਰੋਗਰਾਮ। ਹਾਂਜੀ 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 ਮੈਕਸੀਕੋ ਦੇ ਵਿੱਚ ਅੱਜ ਤੱਕ ਕਦੀ ਵੀ ਕਿਸੇ ਨੂੰ ਰਿਫਿਊਜੀ ਅਸਾਈਲਮ ਨਹੀਂ ਮਿਲਿਆ। ਜੀ ਬਿਲਕੁਲ। ਤੇ ਜਦੋਂ ਸਾਨੂੰ ਗਵਰਨਮੈਂਟ ਨੇ ਦਿੱਤਾ ਤੇ ਈਵਨ ਅਸੀਂ ਵੀ ਮਤਲਬ ਬੜੇ ਹੈਰਾਨ ਕਿ ਦੁਨੀਆ ਭਰ ਦੇ ਵਿੱਚ ਅਸੀਂ ਐਡਵੋਕੇਸੀ ਕਰ ਰਹੇ ਹਾਂ, ਆਸਟ੍ਰੇਲੀਆ, ਕੈਨੇਡਾ, USA, UK, ਹੋਰ ਯੂਰਪੀਅਨ ਕੰਟਰੀਜ਼ ਦੇ ਵਿੱਚ, ਤੇ ਕਿਸੇ ਵੱਲੋਂ ਵੀ ਹਾਂ ਨਹੀਂ ਹੋ ਰਹੀ। ਤੇ ਇੱਕ ਕੰਟਰੀ ਵੱਲੋਂ ਸਾਡੇ ਲਾਇਰਸ ਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਦਿਨ ਰਾਤ ਇੱਕ ਕਰਕੇ ਇਹ ਸਾਰੇ ਕੰਮ ਕੀਤੇ। ਤੇ ਆਲ ਆਫ ਸਡਨ ਇੱਕ ਈਮੇਲ ਆ ਜਾਂਦੀ ਹੈ ਤੇ ਤੁਸੀਂ ਟਰਸਟ ਵੀ ਨਹੀਂ ਕਰਦੇ ਪਹਿਲੇ ਹਾਂਜੀ ਕਿ ਬਈ ਇਹ ਕਿੰਨੀ ਕੁ ਲੈਜੀਟੀਮੇਟ ਆ। ਦੈਨ ਅਸੀਂ ਜਦੋਂ ਉਹਨਾਂ ਦੀ ਐਮਬੈਸੀ ਦੇ ਨਾਲ ਰਾਬਤਾ ਕੀਤਾ, ਸਾਰਾ ਦੇਖਿਆ ਕਿ ਇਟਸ ਆਲ ਲੈਜੀਟੀਮੇਟ। ਤੇ ਅਸੀਂ ਉਹਨਾਂ ਦਾ ਥੈਂਕਫੁਲ ਬੜੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਅਫਗਾਨਿਸਤਾਨੀ ਰਿਫਿਊਜੀਜ਼ ਨੂੰ ਹਜੇ ਤੱਕ ਉਹਨਾਂ ਨੇ ਟਰੀਟ ਕੀਤਾ। ਜਿਸ ਤਰ੍ਹਾਂ ਕਿ ਉਹ ਦਿੱਲੀ ਤੋਂ ਜਦੋਂ ਚੜ੍ਹਨ ਲੱਗੇ ਨੇ ਫਲਾਈਟ ਦੇ ਵਿੱਚ, ਉਹਨਾਂ ਦੀਆਂ ਐਮਬੈਸੀ ਦੇ ਵਿੱਚੋਂ ਮੈਕਸੀਕੋ ਦੀ ਫੋਰਨ ਅਫੇਅਰਸ ਮਿਨਿਸਟਰੀ ਦਾ ਇੱਕ ਬੰਦਾ ਉੱਥੇ ਆਉਂਦਾ, ਉਹਨਾਂ ਨੂੰ ਚੜ੍ਹਾ ਕੇ ਜਾਂਦਾ ਫਲਾਈਟ ਦੇ ਵਿੱਚ। ਫਿਰ ਜਦੋਂ ਫਲਾਈਟ ਦੁਬਈ ਪਹੁੰਚਦੀ ਆ, ਉੱਥੇ ਵੀ ਐਮਬੈਸੀ ਦਾ ਇੱਕ ਬੰਦਾ ਉਹਨਾਂ ਨੂੰ ਰਿਸੀਵ ਕਰਨ ਆਉਂਦਾ। ਤੇ ਫਿਰ ਦੈਨ ਜਦੋਂ ਉਹ ਮੈਕਸੀਕੋ ਸਿਟੀ ਪਹੁੰਚਦੇ ਆ, ਉੱਥੇ ਤੇ ਚਲੋ ਗਵਰਨਮੈਂਟ ਅਫੀਸ਼ੀਅਲਸ ਆਉਣਾ ਹੀ ਸੀ, ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਰਹਿਣ ਦਾ ਅਰੇਂਜਮੈਂਟ ਕੀਤਾ ਜਾਂਦਾ ਆ, ਸਾਰਾ ਜਿਹੜਾ ਗਵਰਨਮੈਂਟ ਨੇ ਕਾਫੀ ਸਾਨੂੰ ਸਪੋਰਟ ਕੀਤੀ ਹੈ। ਤੇ ਈਵਨ ਸਾਨੂੰ ਹੋਪ ਹੈਗੀ ਹੈ ਕਿ ਜਿਹੜੇ ਹਜੇ ਤੱਕ 141 ਨੰਬਰਸ ਆ, ਅਸੀਂ ਉਹਨਾਂ ਨੂੰ ਹੋਰ ਰਿਕੁਐਸਟ ਕਰ ਰਹੇ ਹਾਂ ਕਿ ਇਹ ਨੰਬਰਸ ਨੂੰ ਵਧਾ ਕੇ ਤੁਸੀਂ 300-400 ਤੱਕ ਲੈ ਕੇ ਜਾਓ, ਕਿਉਂਕਿ ਮਤਲਬ ਬਹੁਤ ਜ਼ਿਆਦਾ ਹਜੇ ਜਿਹੜੇ, ਕਿਉਂਕਿ 2 ਦੇ ਨਾਲ ਤਾਂ ਬਹੁਤ ਸਮਾਂ ਲੱਗ ਜਾਏਗਾ, ਔਰ ਜਿਹੜੇ ਹਾਲਾਤ ਬਣੇ ਹੋਏ ਨੇ ਜਲਦੀ ਲੋਕ ਉੱਥੋਂ ਕੱਢਣੇ ਜ਼ਰੂਰੀ ਹੋ ਗਏ ਨੇ। ਜੀ ਬਿਲਕੁਲ। ਤੇ ਹੋਰ ਵੀ ਜੇ ਈਵਨ ਜੇ ਉੱਥੋਂ ਵੀ ਕੱਢ ਲੈਂਦੇ ਆ, ਕੁਝ ਪੇਸ਼ਾਵਰ ਆ ਕੇ ਪਾਕਿਸਤਾਨ ਬੈਠੇ ਆ, ਜਾਂ ਕੁਝ ਇੰਡੀਆ 'ਚ ਵੀ ਬੈਠੇ ਆ ਜਿਨ੍ਹਾਂ ਕੋਲ, ਜਿਸ ਤਰ੍ਹਾਂ ਮੈਂ ਦੱਸਿਆ, ਵਰਕ ਰਾਈਟਸ ਹੀ ਨਹੀਂ ਹੈਗੇ, ਤੇ ਸਰਵਾਈਵਲ ਦੀ ਲੜਾਈ ਜਿਹੜੀ ਹੈ ਉਹਨਾਂ ਵਾਸਤੇ ਚੱਲ ਰਹੀ ਹੈ। ਜੀ ਗੁਰਵਿੰਦਰ ਜੀ, ਜਦੋਂ ਮੈਕਸੀਕਨ ਜਿਹੜੀ ਕੌਂਸਲ ਹੈ ਉਹ ਹਵਾਈ ਅੱਡੇ ਦੇ ਉੱਤੇ, ਦੁਬਈ ਦੇ ਹਵਾਈ ਅੱਡੇ ਦੇ ਉੱਤੇ ਪਹੁੰਚੀ ਇਹਨਾਂ ਨੂੰ ਰਿਸੀਵ ਕਰਨ ਲਈ, ਉਸ ਵੇਲੇ ਕਿਸ ਤਰ੍ਹਾਂ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਗਈ? ਉਸ ਵੇਲੇ ਜਿਹੜੀ ਉਹਨਾਂ ਵੱਲੋਂ ਜਾਂਚ ਪੜਤਾਲ ਹੈ ਕਿ ਜਿਹੜਾ ਇਹਨਾਂ ਨੂੰ ਟਰੈਵਲ ਡਾਕੂਮੈਂਟ ਦਿੱਤਾ ਗਿਆ, ਉਹ ਟਰੈਵਲ ਡਾਕੂਮੈਂਟ ਉਹਨਾਂ ਦੇ ਕੋਲ ਹੈਗਾ ਹੈ, ਜਾਂ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਈ, ਜਾਂ ਤੁਹਾਨੂੰ ਕਿਸੇ ਨੇ ਪੁੱਛਿਆ ਤਾਂ ਨਹੀਂ, ਬਿਕੋਜ਼ ਇਟਸ ਨਾਟ ਅ ਪ੍ਰੋਪਰ ਵੀਜ਼ਾ, ਇਟਸ ਜਸਟ ਪੇਪਰ ਪ੍ਰਿੰਟ ਆਊਟ ਡਾਕੂਮੈਂਟ ਆ ਜਿਸ ਦੇ ਬਿਹਾਫ 'ਤੇ ਉਹ ਟਰੈਵਲ ਕਰ ਰਹੇ ਨੇ। ਪਰ ਉਸ ਮੈਕਸੀਕਨ ਗਵਰਨਮੈਂਟ ਨੇ ਹਰ ਏਅਰਪੋਰਟ ਦੇ ਉੱਤੇ ਪ੍ਰੋਪਰ ਇਨਫੋਰਮ ਕਰਕੇ ਕਿ ਸਾਡੇ ਇਹ ਬੰਦੇ ਆ ਰਹੇ ਨੇ, ਤੇ ਅਸੀਂ ਇਹਨਾਂ ਨੂੰ ਐਜ਼ ਅ ਪੋਲੀਟੀਕਲ ਅਸਾਈਲਮ ਰਿਫਿਊਜੀ ਸਟੇਟਸ ਦਿੱਤਾ, ਤੁਸੀਂ ਇਹਨਾਂ ਨੂੰ ਸੇਫ ਪੈਸੇਜ ਦਿਓ। ਜੀ। ਤੇ ਉਹ ਇੱਕ ਸਾਡਾ ਕੰਮ ਬਹੁਤ ਈਜ਼ੀ ਹੋ ਜਾਂਦਾ, ਪਰ ਅਸੀਂ ਵੀ, ਸਾਡੀ ਟੀਮ ਵੀ, ਜਿੰਨਾ ਚਿਰ ਉਹ ਬੰਦੇ ਤੁਰੇ ਨੇ ਦਿੱਲੀੋਂ ਤੇ ਜਿੰਨਾ ਚਿਰ ਪਹੁੰਚੇ ਨਹੀਂ ਹੈ, 24-48 ਘੰਟੇ ਸਾਡੀ ਟੀਮ ਦੇ ਬੰਦੇ ਸੁੱਤੇ ਨਹੀਂ ਕਿ ਮਤਲਬ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ, ਤੇ ਮਤਲਬ ਬਹੁਤ ਹੀ ਇੱਕ ਨਮੋਸ਼ੀ ਜਿਹੀ ਵਾਲੀ ਗੱਲ ਹੋ ਜਾਂਦੀ ਹੈ। ਜੀ ਗੁਰਵਿੰਦਰ ਜੀ, ਕੀ ਹੁਣ ਤੱਕ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਅਫਗਾਨਿਸਤਾਨ ਦੇ ਵਿੱਚ ਹੋਰ ਕਿੰਨੇ ਲੋਕ ਪੀੜਤ ਨੇ, ਕਿੰਨੀ ਗਿਣਤੀ ਹੈ, ਸਪੈਸ਼ਲੀ ਘੱਟ ਗਿਣਤੀ ਜੇ ਅਸੀਂ ਗੱਲ ਕਰੀਏ ਪਰਿਵਾਰਾਂ ਦੀ, ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ? ਕਿਉਂਕਿ ਬੇਸ਼ੱਕ 2 ਲੋਕ ਆਏ ਨੇ ਜਾਂ ਬਹੁਤ ਸਾਰੇ ਲੋਕ ਕੈਨੇਡਾ ਵੀ ਪਹੁੰਚੇ ਨੇ, ਉਹਨਾਂ ਤੋਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਉਧਰ ਘੱਟ ਗਿਣਤੀਆਂ ਦੇ ਹਾਲਾਤ ਜਿਹੜੇ ਨੇ ਉਹ ਕੀ ਨੇ। ਸੋ ਕਿਵੇਂ ਉਹ ਦੱਸਦੇ ਨੇ, ਕਿੰਨੀ ਕੈਟਾਗਰੀ ਹੈਗੀ ਹੈ ਲੋਕਾਂ ਦੀ, ਕਿੰਨੇ ਨੰਬਰਸ ਨੇ? ਇਸ ਵੇਲੇ ਜਿਹੜੇ ਸਿੱਖ ਤੇ ਹਿੰਦੂ ਨੇ ਉਹ 150 ਦੇ ਕਰੀਬ ਨੇ। ਓਕੇ। ਤੇ ਜਿਸ ਤਰ੍ਹਾਂ ਮੈਂ ਦੱਸਿਆ, ਉਹ ਕਾਬੁਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ, ਉੱਥੇ ਉਹ ਬੈਠੇ ਹੋਏ ਨੇ, ਤੇ ਸਾਡੀ ਟੀਮ ਵੱਲੋਂ ਉਹਨਾਂ ਨੂੰ ਉੱਥੇ ਗੁਰੂ ਨਾਨਕ ਮੋਦੀਖਾਨਾ ਫੂਡ ਬੈਂਕ ਖੋਲ੍ਹ ਕੇ ਦਿੱਤਾ ਗਿਆ, ਜਿਸ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੀ ਸਾਰਾ ਸਮਾਨ, ਰਸਦ, ਖਾਣ ਪੀਣ ਦਾ, ਹਰ ਦਵਾਈ, ਹਰ ਚੀਜ਼ ਉਹਨਾਂ ਨੂੰ ਮੁਹੱਈਆ ਕੀਤੀ ਜਾ ਰਹੀ ਹੈ, ਤਾਂ ਕਿ ਉਹ ਬਾਹਰ ਨਾ ਜਾਣ ਤੇ ਉਹਨਾਂ ਦੀ ਜਾਨ ਦੇ ਉੱਤੇ ਕੋਈ ਆਫਤ ਨਾ ਬਣੇ, ਕਿ ਜਿੰਨੇ ਤੋਂ ਵੱਧ ਸਿਕਿਉਰ ਗੁਰਦੁਆਰਾ ਸਾਹਿਬ ਦੇ ਅੰਦਰ ਆ, ਉਹ ਇਕੱਠੇ ਰਹਿਣ ਤੇ ਚੰਗੇ ਰਹਿਣ, ਤੇ ਬਾਹਰ ਸਿਰਫ ਉਦੋਂ ਹੀ ਜਾਣ ਜੇ ਕੋਈ ਬਹੁਤ ਜ਼ਰੂਰਤ ਹੈ। ਤੇ ਪਹਿਲੇ ਵੀ ਉਹ ਜਦੋਂ ਪ੍ਰਿਪੇਅਰ ਹੋ ਕੇ ਬੈਠੇ ਸੀ, ਬਾਕੀ ਸ਼ਹਿਰਾਂ ਦੇ ਵਿੱਚੋਂ, ਜਿਵੇਂ ਮੈਂ ਦੱਸਿਆ ਕਿ ਜਲਾਲਾਬਾਦ ਜਾਂ ਹੋਰ ਗਜ਼ਨੀ ਦੇ ਵਿੱਚੋਂ ਆ ਕੇ ਕਾਬੁਲ 'ਚ ਬੈਠੇ ਨੇ, ਤੇ ਉਦੋਂ ਵੀ ਉਹ ਕੁਛ ਆਪਣਾ ਚੀਜ਼ਾਂ ਲੈ ਕੇ ਬੈਠੇ ਸੀ, ਪਰ ਉਹ ਕਿੰਨੇ ਚਿਰ ਤੱਕ ਸਰਵਾਈਵ ਕਰ ਲੈਣਗੇ। ਪਰ ਉਹ ਚੀਜ਼ ਅਸੀਂ ਉਹਨਾਂ ਨੂੰ ਪ੍ਰੋਪਰਲੀ ਉੱਥੇ ਪ੍ਰੋਵਾਈਡ ਕਰ ਰਹੇ ਹਾਂ। ਨਾਲ ਦੀ ਨਾਲ ਤਾਲਿਬਾਨ ਗਵਰਨਮੈਂਟ ਨੇ ਵੀ ਸਾਨੂੰ ਆਸ਼ਵਾਸਨ ਤੇ ਦਿੱਤਾ ਹੈ, ਪਰ ਹਜੇ ਤੱਕ ਉਹਨਾਂ ਦੀ ਗਵਰਨਮੈਂਟ, ਜਿਸ ਤਰ੍ਹਾਂ ਮੈਂ ਦੱਸਿਆ, ਕਿ ਪੂਰੀ ਤਰ੍ਹਾਂ ਐਸਟੈਬਲਿਸ਼ ਨਹੀਂ ਹੋਈ। ਤੇ ਸਿਚੁਏਸ਼ਨ ਜਿਹੜੀ ਹੈ ਨਾ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਔਰ ਕੀ ਗੁਰਵਿੰਦਰ ਜੀ, ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਘੱਟ ਗਿਣਤੀ ਉੱਥੇ ਫਸੇ ਹੋਏ ਲੋਕ ਨੇ, ਉੱਥੇ ਵੱਸਦੇ ਸੀਗੇ ਅਫਗਾਨਿਸਤਾਨ ਦੇ ਵਿੱਚ, ਇਸ ਵੇਲੇ ਜਿਹੜੀ ਹੈ ਉਹਨਾਂ ਦੇ ਖਾਣ ਪੀਣ ਦੀ, ਉਹਨਾਂ ਦੀ ਜ਼ਿੰਦਗੀ ਦੀ, ਉਹਨਾਂ ਦੇ ਕੰਮਾਂ ਕਾਰਾਂ ਦੀ, ਕਿਸੇ ਵੀ ਚੀਜ਼ ਦੀ ਗਰੰਟੀ ਨਹੀਂ ਲਈ ਜਾ ਸਕਦੀ? ਬਿਲਕੁਲ ਨਹੀਂ ਲਿੱਤੀ ਜਾ ਸਕਦੀ। ਤੁਸੀਂ ਇੱਕ ਸਾਹ ਦੀ ਗਰੰਟੀ ਨਹੀਂ ਹੈਗੀ। ਜਿਵੇਂ ਪਿੱਛੇ ਜੋ ਕੁਝ ਵੀਡੀਓਜ਼ ਵੀ ਆਈਆਂ ਸੀ ਕਿ ਬਈ ਤਾਲਿਬਾਨ ਦੇ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ, ਉਹਨਾਂ ਨੇ CCTV, ਉਹਨਾਂ ਦੇ ਕੈਮਰਾਜ਼ ਜਿਹੜੇ ਨੇ ਡੈਮੇਜ ਕਰ ਦਿੱਤੇ, ਤੇ ਉਹ ਮੈਂ ਦੱਸਿਆ ਕਿ ਨਿਹੱਥੇ ਬੈਠੇ ਆ, ਜੇ ਬਾਹਰੋਂ ਹਰ ਕਿਸੇ ਦੇ ਕੋਲ ਉੱਥੇ ਚੜ੍ਹਦੇ ਤੋਂ ਚੜ੍ਹਦਾ ਹਥਿਆਰ ਹੈ, ਤੇ ਉਹ ਲੈ ਕੇ ਜੇ ਅੰਦਰ ਆ ਜਾਂਦੇ ਨੇ ਤੇ ਮਤਲਬ ਦੇ ਆਲ ਗੋਨ ਇਨ ਅ ਮਿੰਟ।
ਦੇ ਉਹ ਸਿਚੁਏਸ਼ਨ ਜਿਹੜੀ ਇਸ ਤਰੀਕੇ ਦੀ ਬਣੀ ਹੋਈ ਹੈ ਤੇ ਇਹੀ ਅਸੀਂ ਅਪੀਲ ਕਾਫੀ ਚਿਰ ਤੋਂ ਸਾਡੀ ਟੀਮ ਜਾਂ ਹੋਰ ਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਕਿ ਬਈ ਇਹਨਾਂ ਨੂੰ ਸੇਫਲੀ ਰਿਫਿਊਜ ਕਰਕੇ ਕਿਸੇ ਹੋਰ ਕੰਟਰੀ ਦੇ ਵਿੱਚ ਲਿਆ ਜਾਵੇ ਤੇ ਇੰਡੀਆ 'ਚ ਵੀ ਕੋਸ਼ਿਸ਼ ਚੱਲ ਰਹੀ ਹੈ ਕਿ ਉੱਥੇ ਵੀ ਜਿੰਨਾ ਚਿਰ ਤੱਕ ਕਿਤੇ ਹੋਰ ਨਹੀਂ ਜਾਇਆ ਜਾ ਸਕਦਾ ਇੰਡੀਆ ਜਾ ਸਕਦੇ ਨੇ ਜਾਂ ਪਾਕਿਸਤਾਨ ਜਾਂ ਐਟਲੀਸਟ ਅਫਗਾਨਿਸਤਾਨ ਨਾਲੋਂ ਤਾਂ ਸੇਫ ਹੋਣਗੇ। ਹਾਂਜੀ ਬਿਲਕੁਲ। ਤੇ ਫਿਰ ਦੈਨ ਸੈਕੰਡ ਸਟੈਪ ਵਿਲ ਬੀ ਇਹਨਾਂ ਨੂੰ ਸੇਫਲੀ ਕਿਸੇ ਹੋਰ ਕੰਟਰੀ ਦੇ ਵਿੱਚ ਜਿੱਥੇ ਇਹਨਾਂ ਦੀ ਲਾਈਫ ਜਿਹੜੀ ਹੋਰ ਵਧੀਆ ਤਰੀਕੇ ਦੇ ਨਾਲ ਗੁਜ਼ਰ ਬਸਰ ਹੋ ਸਕੇ ਉੱਥੇ ਲੈ ਕੇ ਆਇਆ ਜਾ ਸਕੇ। ਗੁਰਵਿੰਦਰ ਜੀ, ਜਿਹੜੇ ਲੋਕ ਆਏ ਨੇ ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਹੋਣੀਆਂ। ਉੱਥੇ ਇਸ ਵੇਲੇ ਸਿੱਖ ਹਿੰਦੂ ਪਰਿਵਾਰਾਂ ਦੀਆਂ ਜਿਹੜੀਆਂ ਮਹਿਲਾਵਾਂ ਨੇ, ਔਰਤਾਂ ਨੇ, ਉਹਨਾਂ ਦੀ ਹਾਲਤ ਜਿਹੜੀ ਹੈ ਉਹ ਕਿਵੇਂ ਦੀ ਨੇ, ਉਹ ਕਿਵੇਂ ਜ਼ਿੰਦਗੀ ਬਤੀਤ ਕਰ ਰਹੀਆਂ ਨੇ ਉੱਥੇ? ਜ਼ਿਆਦਾਤਰ ਜਿਹੜਾ ਪਿਛਲਾ ਜਿਹੜਾ ਜੱਥਾ ਸੀ ਅਫਗਾਨਿਸਤਾਨ ਤੋਂ ਜਿਹੜਾ ਇੰਡੀਆ ਆ ਗਿਆ 450 ਦੇ ਕਰੀਬ ਦਾ, ਜਾਂ ਉਹਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਜਾ ਚੁੱਕੇ ਸੀ। ਇਹ ਜਿਹੜੀ ਹੁਣ 150 ਦੀ ਗਿਣਤੀ ਰਹਿ ਗਈ ਇਹਦੇ ਵਿੱਚ ਮਹਿਲਾਵਾਂ ਤੇ ਬੱਚੇ ਬਹੁਤ ਘੱਟ ਨੇ। ਜ਼ਿਆਦਾਤਰ ਜਿਹੜੇ ਨੇ ਉਹ ਮੇਲ ਹੈਗੇ ਨੇ, ਉਹਨਾਂ ਨੇ ਆਪਣੇ ਪਰਿਵਾਰ ਕੁਝ ਉੱਥੇ ਭੇਜ ਦਿੱਤੇ ਨੇ ਤੇ ਉਹ ਵੀ ਜਿਹੜੇ ਇਸ ਵੇਲੇ 150 ਦੇ ਕਰੀਬ ਉੱਥੇ ਰੁਕੇ ਨੇ ਉਹ ਕੁਝ ਹੱਦ ਤੱਕ ਉਹ ਆਪਣੀ ਮਰਜ਼ੀ ਨਾਲ ਵੀ ਰੁਕੇ ਨੇ ਤਾਂ ਕਿ ਇੱਕ ਤੇ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵੀ ਨਹੀਂ ਛੱਡਣਾ ਚਾਹੁੰਦੇ। ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ ਤੇ ਉਹਦੇ ਵਿੱਚ ਵੀ ਸਾਡੀ ਟੀਮ ਜਿਹੜੀ ਆ ਵਾਇਆ ਯੂਨਾਈਟਿਡ ਨੇਸ਼ਨਸ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੀ ਸੇਵਾ ਸੰਭਾਲ ਵੀ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਜਾ ਸਕੇ ਤੇ ਕੁਝ ਵੀਰਾਂ ਨੂੰ ਉੱਥੇ ਛੱਡਿਆ ਵੀ ਜਾ ਸਕੇ। ਉਹ ਸਾਰੇ ਉੱਥੋਂ ਨਿਕਲਣਾ ਵੀ ਨਹੀਂ ਚਾਹੁੰਦੇ, ਕੁਝ ਉੱਥੇ ਰਹਿਣਾ ਵੀ ਚਾਹੁੰਦੇ ਨੇ। ਬਿਲਕੁਲ। ਸੋ ਇਸ ਵੇਲੇ ਮੈਕਸੀਕੋ ਦੇ ਵਿੱਚ ਚੰਗੇ ਤਰੀਕੇ ਨਾਲ ਉਹਨਾਂ ਦੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਹੁਣ ਤਾਂ ਬੇਸ਼ੱਕ ਦੋ ਤੁਸੀਂ ਦੱਸਿਆ ਵੀ ਪਹਿਲੇ ਜੱਥੇ ਦੇ ਵਿੱਚ 2 ਲੋਕ ਪਹੁੰਚੇ ਨੇ, ਟ੍ਰਾਇਲ ਬੇਸ ਦੇ ਉੱਤੇ ਤੁਸੀਂ ਪੂਰੀ ਉਹਦੇ ਤੇ ਨਜ਼ਰ ਰੱਖੀ ਹੋਈ ਹੈ। ਉਸ ਨਜ਼ਰ ਦੇ ਵਿੱਚ ਨੋ ਡਾਊਟ ਜਿਹੜੀ ਰਿਪੋਰਟ ਤੁਹਾਨੂੰ ਵੀ ਮਿਲ ਰਹੀ ਹੈ, ਜਿੰਨਾ ਰਿਵਿਊ ਕੀਤਾ ਜਾ ਰਿਹਾ ਉਹਨਾਂ 2 ਲੋਕਾਂ ਦੀ ਦੇਖ ਰੇਖ ਦੇ ਵਿੱਚ ਅੱਗੇ ਵੀ ਲੋਕ ਜਦੋਂ ਆਉਣਗੇ, ਸੈਕਿੰਡ ਜੱਥਾ ਆਏਗਾ, ਥਰਡ ਜੱਥਾ ਆਏਗਾ, ਉਹ 'ਚ ਗਿਣਤੀ ਕੋਈ ਵਧਾਉਣ ਦੇ ਅਸਾਰ ਹੈਗੇ ਨੇ? ਤੇ ਜੇ ਵਧਾਉਣ ਦੇ ਅਸਾਰ ਨੇ ਤੇ ਉਹਨਾਂ ਵਾਸਤੇ ਜਿਹੜੀ ਤਿਆਰੀ ਹੈ ਉਹ ਕਿਵੇਂ ਕੀਤੀ ਜਾ ਰਹੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਮੁਕੰਮਲ ਹੋ ਸਕਦੀ ਹੈ? ਜੀ ਇਹ ਅਗਲੇ ਜੱਥੇ ਦੀ ਗਿਣਤੀ ਸੰਗਤ ਦੇ ਹੱਥ 'ਚ ਹੈ ਬਿਲਕੁਲ ਤੇ ਕਿਉਂਕਿ ਇਟਸ ਅ ਹਿਊਜ ਟਾਸਕ। 2-3 ਇਹਦੇ ਵਿੱਚ ਪ੍ਰੋਬਲਮ ਕਠਿਨਾਈਆਂ ਆਉਂਦੀਆਂ ਨੇ ਕਿ ਉਹਨਾਂ ਕੋਲ ਜਦੋਂ ਰਿਫਿਊਜੀ ਸਟੇਟਸ ਹੈਗਾ ਤੇ ਜਿਹੜੀ ਮੈਕਸੀਕੋ ਦੀ ਫਲਾਈਟ ਏਸ਼ੀਆ ਤੋਂ ਆਉਂਦੀ ਹੈ, ਭਾਵੇਂ ਉਹ ਪਾਕਿਸਤਾਨ ਤੋਂ ਆਵੇ, ਅਫਗਾਨਿਸਤਾਨ ਤੋਂ ਜਾਂ ਇੰਡੀਆ ਤੋਂ ਆਵੇ, ਉਹ ਜਾਂ ਤੇ ਆਉਂਦੀਆਂ ਨੇ ਵਾਇਆ ਯੂਰਪ ਤੇ ਜਾਂ ਆਉਂਦੀਆਂ ਨੇ ਵਾਇਆ ਅਮਰੀਕਾ ਤੇ ਇਹਨਾਂ ਦੋਵਾਂ ਕੰਟਰੀ ਯੂਰਪ ਦਾ ਤੇ ਅਮਰੀਕਾ ਦਾ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ। ਟ੍ਰਾਂਜ਼ਿਟ ਦੇ ਬੇਸ ਤੇ ਉਹ ਨਹੀਂ ਆ ਸਕਦੇ, ਵੀਜ਼ਾ ਨਹੀਂ ਮਿਲਦਾ ਤੇ ਫਿਰ ਜਦੋਂ ਆਹ 2 ਆਪਸ਼ਨਸ ਕੱਟ ਕਰ ਦਿੰਦੇ ਆ ਤੇ ਬਾਕੀ ਆਪਸ਼ਨ ਰਹਿ ਜਾਂਦੀ ਹੈ ਇੱਕ ਨੀਦਰਲੈਂਡ ਕੰਟਰੀ ਬਚਦਾ ਜਿਹੜਾ ਕਿ ਵਿਦਆਊਟ ਵੀਜ਼ਾ ਉਹਨਾਂ ਨੂੰ ਉੱਥੋਂ ਟ੍ਰਾਂਜ਼ਿਟ ਦੇ ਦਿੰਦਾ ਤੇ ਸੈਕੰਡ ਬਚਦਾ ਦੁਬਈ ਤੇ ਉਹ ਜਦੋਂ ਏਸ਼ੀਆ ਤੋਂ ਦੁਬਈ ਆ ਜਾਣ, ਦੁਬਈ ਤੋਂ ਸਿੱਧਾ ਫਿਰ ਮੈਕਸੀਕੋ ਆ ਜਾਣ। ਇਹ ਜਦੋਂ 2 ਆਪਸ਼ਨਸ ਦੇ ਬੇਸ ਤੇ ਚੱਲਦੇ ਆ ਇਹਨਾਂ ਦੀ ਜਿਹੜੀਆਂ ਟਿਕਟਸ ਦੇ ਪ੍ਰਾਈਸ ਆ ਉਹ ਰਫਲੀ ਕੋਈ $2000 ਦੇ ਕਰੀਬ, $2200 ਦੇ ਕਰੀਬ ਬਣ ਜਾਂਦੀ ਹੈ। ਫਿਰ ਉਹਨਾਂ ਨੂੰ ਲੋਕਾਂ ਨੇ ਜਦੋਂ ਪਹਿਲੀ ਵਾਰੀ ਕਿਸੇ ਮੁਲਕ ਦੇ ਵਿੱਚ ਜਾਣਾ ਉਹਨਾਂ ਨੂੰ ਕੁਝ 2-4-6 ਮਹੀਨੇ ਦਾ ਸਾਨੂੰ ਜਿਹੜੇ ਐਕਸਪੈਂਸਿਸ ਵੀ ਨਾਲ ਦੇ ਕੇ ਤੋਰਨੇ ਪੈਣੇ ਐਡਵਾਂਸ। ਬਿਲਕੁਲ ਕਿ ਹਰ ਚੀਜ਼ ਉੱਥੇ ਚਾਹੀਦੀ ਹੈ। ਜਾਂਦਿਆਂ ਭਾਵੇਂ ਗਵਰਨਮੈਂਟ ਹੈਲਪ ਕਰ ਰਹੀ ਹੈ ਪਰ ਐਟਲੀਸਟ ਬੰਦੇ ਨੇ ਦੁੱਧ ਲੈਣਾ ਹੈ, ਕੁਝ ਲੈਣਾ ਹੈ, ਉਹ ਚੀਜ਼ਾਂ ਦੇ ਲਈ ਬੇਸਿਕ ਨੈਸੈਸਿਟੀਜ਼ ਦੇ ਲਈ ਉਹਨਾਂ ਨੂੰ ਪੂਰਾ ਕਰਨ ਦੇ ਲਈ ਤੇ ਜਿਹੜਾ ਅਸੀਂ ਇੱਕ ਪਰਿਵਾਰ ਦਾ ਜਿਹੜਾ ਖਰਚਾ ਅਪਰੋਕਸੀਮੇਟ ਲੈ ਕੇ ਚੱਲ ਰਹੇ ਹਾਂ ਉਹ ਅਸੀਂ $5000 ਲੈ ਕੇ ਚੱਲ ਰਹੇ ਹਾਂ ਤਾਂ ਕਿ ਉਹਨਾਂ ਦੇ ਕੋਲ ਸਫੀਸ਼ੀਐਂਟ ਅਮਾਊਂਟ ਆਫ ਫੰਡਸ ਵੀ ਹੋਣ। ਨਾਟ ਇੱਕ ਪਰਿਵਾਰ, ਸੌਰੀ, ਇੱਕ ਜੀ ਦਾ ਜੀ ਉਹ ਅਸੀਂ $5000 ਲੈ ਕੇ ਚੱਲ ਰਹੇ ਹਾਂ। ਫਿਰ ਜਿਸ ਹਿਸਾਬ ਦੇ ਨਾਲ ਸਾਡੇ ਕੋਲ ਡੋਨੇਸ਼ਨਸ ਆ ਰਹੀਆਂ ਨੇ, ਫੰਡਿੰਗ ਆ ਰਹੀ ਹੈ, ਸਪਾਂਸਰਸ ਵੀ ਅੱਗੇ ਆ ਰਹੇ ਨੇ। ਕੁਝ ਪਰਿਵਾਰ ਵੀ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਪੂਰੇ ਪਰਿਵਾਰ ਨੂੰ ਸਪਾਂਸਰ ਕਰਦੇ ਹਾਂ, ਉਹਨਾਂ 'ਚ ਜਿੰਨਾ ਖਰਚਾ ਤੁਸੀਂ ਸਾਨੂੰ ਦੱਸ ਦਿਓ ਅਸੀਂ ਉਹਨਾਂ ਦੇ ਟਿਕਟਸ ਐਂਡ ਐਵਰੀਥਿੰਗ ਤੁਹਾਨੂੰ ਕਰਵਾ ਦਿੰਦੇ ਹਾਂ। ਉਹਦੇ ਅਕੋਰਡਿੰਗਲੀ ਜਿਹੜੀਆਂ ਸਾਡੀਆਂ ਸੈਕਿੰਡ ਸਟੇਜ ਜਾਂ ਥਰਡ ਸਟੇਜ ਦੇ ਵਿੱਚ ਜਿਹੜੇ ਜੱਥੇ ਨੇ ਅਸੀਂ ਭੇਜਣੇ ਸ਼ੁਰੂ ਕਰ ਰਹੇ ਹਾਂ। ਜੀ ਗੁਰਵਿੰਦਰ ਜੀ, ਮਨੁੱਖਤਾ ਦੇ ਆਧਾਰ ਦੇ ਉੱਤੇ ਜਿਹੜੀ ਪਨਾਹ ਲੈਣੀ ਹੁੰਦੀ ਹੈ ਉਹਦਾ ਪ੍ਰੋਸੈਸ ਕੀ ਹੁੰਦਾ ਹੈ ਤੇ ਕਿੰਨੇ ਸਮੇਂ ਦਾ ਹੁੰਦਾ ਹੈ? 2 ਤਰੀਕੇ ਨੇ ਭੈਣ ਜੀ ਇਸ ਦੇ ਵਿੱਚ। ਜਾਂ ਤੇ ਤੁਸੀਂ UNHCR ਜਿਹਨੂੰ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੇ ਥਰੂ ਤੁਸੀਂ ਜਾ ਸਕਦੇ ਹੋ ਪਰ ਉਹਦਾ ਪ੍ਰੋਸੈਸ ਬਹੁਤ ਲੰਬਾ ਹੈ। ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਬੰਦੇ ਆਏ ਨੇ ਉਹ UNHCR ਦੇ ਥਰੂ ਰਜਿਸਟਰ ਹੋਏ ਨੇ। ਹੁਣ ਮੇਰੇ ਖਿਆਲ ਨਾਲ ਸ਼ਾਇਦ ਅਗਲੇ ਮਹੀਨੇ ਕੈਨੇਡਾ ਨੇ ਕੁਝ ਬੰਦੇ ਲੈ ਕੇ ਆਉਣੇ ਆ, ਸਿੱਖ ਜਾਂ ਹਿੰਦੂ। ਇਹ ਉਹ ਪਰਿਵਾਰ ਨੇ ਜਿਹੜੇ 2013 ਜਾਂ 14 ਦੇ ਵਿੱਚ ਉਸ ਕਿਊ ਦੇ ਵਿੱਚ ਪਏ ਸੀ ਤੇ ਜਦੋਂ ਅਸੀਂ ਇਹਨਾਂ ਨੂੰ ਅਪਰੋਚ ਕਰਦੇ ਹਾਂ ਕੈਨੇਡਾ ਨੂੰ ਜਾਂ ਹੋਰ ਵੈਸਟਰਨ ਕੰਟਰੀਜ਼ ਨੂੰ, ਉਹ ਇਹੀ ਕਹਿੰਦੇ ਨੇ ਕਿ ਥਰੂ ਉਸ ਪ੍ਰੋਸੀਜਰ ਦੇ ਅਪਲਾਈ ਕਰੋ। ਤੇ ਜੇ ਅਸੀਂ ਅੱਜ ਸਪੋਜ਼ ਕਰ ਲਓ ਇਹਨਾਂ ਲੋਕਾਂ ਦਾ ਅਪਲਾਈ ਕਰਾਂਗੇ, ਇਹਨਾਂ ਦੀ ਵਾਰੀ 10 ਸਾਲਾਂ ਬਾਅਦ ਆਏਗੀ। ਬਿਲਕੁਲ ਜਾਣ ਦਾ ਖਤਰਾ ਤੇ ਅੱਜ ਹੈ ਬਿਲਕੁਲ। ਪਰ ਇੱਕ ਕਾਈਂਡ ਆਫ ਡਿਸਕ੍ਰਿਮੀਨੇਸ਼ਨ ਵੀ ਵੇਖਦੇ ਹਾਂ ਅਸੀਂ ਕਿ ਜਦੋਂ ਸੀਰੀਆ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ, ਮਿਡਲ ਈਸਟ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ, ਉੱਥੋਂ ਜਿਹੜੀ ਮਾਈਨੋਰਿਟੀਜ਼ ਕਮਿਊਨਿਟੀਜ਼ ਨੂੰ ਮਾਰਿਆ ਜਾਂਦਾ, ਦਬਲਿਆ ਕੁਚਲਿਆ ਜਾਂਦਾ, ਉਹਨਾਂ ਨੂੰ ਸਟ੍ਰੇਟ ਅਵੇ ਰਿਫਿਊਜੀ ਲੈ ਕੇ ਆਇਆ ਜਾਂਦਾ ਹੈ ਵੈਸਟਰਨ ਕੰਟਰੀਜ਼ ਦੇ ਵਿੱਚ। ਬਿਲਕੁਲ ਹਾਂਜੀ। ਪਰ ਦੂਜੇ ਪਾਸੇ ਆ ਇੱਕ ਮਾਈਕਰੋ ਮਾਈਨੋਰਿਟੀ ਕਮਿਊਨਿਟੀ ਆ, 150 ਬੰਦਾ
ਜਾਂ ਉਸ ਤੋਂ ਪਹਿਲੇ ਕਹਿ ਲਈਏ 650 ਬੰਦਾ ਸੀ ਹਾਂਜੀ ਤੇ ਉਹਨਾਂ ਨੂੰ ਇਹ ਸੇਫ ਰਿਫਿਊਜ ਨਹੀਂ ਦਿੱਤਾ ਜਾਂਦਾ, ਉਹਨਾਂ ਦੇ ਜਾਨ ਨੂੰ ਪੂਰਾ ਖਤਰਾ। ਬਿਲਕੁਲ। ਤੇ ਇਹ ਇੱਕ ਸੌਰਟ ਆਫ ਡਿਸਕ੍ਰਿਮੀਨੇਸ਼ਨ ਬਣੀ ਜਾਂਦੀ। ਇਨਸਾਨੀ ਜਾਨ ਤੇ ਇਨਸਾਨੀ ਜਾਨ ਆ, ਨੋ ਮੈਟਰ ਉਹ ਕਿਸੇ ਧਰਮ ਦੀ ਹੋਵੇ। ਬਿਲਕੁਲ। ਸੋ ਜਦੋਂ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਇੱਥੇ ਬੁਲਾਏ ਸੀ, ਬਹੁਤ ਸਾਰੇ ਲੋਕ ਇੱਥੇ ਆਏ ਨੇ, ਤਾਂ ਉਹਨਾਂ ਦੇ ਵਿੱਚ ਵੀ ਕੋਈ ਕੋਸ਼ਿਸ਼ ਕੀਤੀ ਗਈ ਵੀ ਜਿੰਨਾ ਜਲਦੀ ਹੋ ਸਕੇ ਲੋਕ ਲਿਆਂਦੇ ਜਾਣ। ਕੈਨੇਡਾ ਬਾਰੇ ਕੀ ਜਾਣਕਾਰੀ ਹੈ? ਤੁਸੀਂ ਆਸਟ੍ਰੇਲੀਆ, ਕੈਨੇਡਾ, ਯੂਕੇ ਸਾਰੇ ਕਿਤੇ ਜਿਹੜੀ ਹੈ ਤੁਹਾਡੇ ਕੋਲ ਰਿਵਿਊ ਰਿਪੋਰਟਸ ਹੁੰਦੀਆਂ, ਤੇ ਉਹਦੇ ਵਿੱਚ ਕੀ ਜਾਣਕਾਰੀ ਮਿਲ ਰਹੀ ਹੈ? ਅੱਗੇ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹ ਵੀ ਅੱਗੇ ਸ਼ਰਨਾਰਥੀਆਂ ਨੂੰ ਲਿਆਉਣ ਲਈ ਹੋਰ ਕੀ ਕੁਝ ਕਦਮ ਚੱਕ ਰਹੀ ਹੈਗੀ ਹੈ? ਜੀ ਇਹ ਨਾਰਮਲ ਜਿਹੜੇ ਹਿਊਮੈਨਿਟੇਰੀਅਨ ਵੀਜ਼ਾਸ ਨੇ ਅਪਲਾਈ ਕਰੋ, ਫਿਰ ਕਿਊ ਦੇ ਵਿੱਚ ਵਾਰੀ ਆਏਗੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਓਕੇ, ਸੋ ਲੰਬਾ ਪ੍ਰੋਸੈਸ ਹੈ ਇਹ, ਕੋਈ ਸਟ੍ਰੇਟ ਵੇ ਈਜ਼ੀ ਪ੍ਰੋਸੈਸ ਇੱਕ ਹੀ ਕੰਟਰੀ ਨੇ ਦਿੱਤਾ, ਜਿਹਨੂੰ ਅਸੀਂ ਕਹਿੰਦੇ ਮੈਕਸੀਕੋ। ਸਿਰਫ ਮੈਕਸੀਕੋ ਨੇ। ਤੇ ਇੰਡੀਆ ਨੇ ਵੀ ਜਿਹੜੇ ਦਿੱਤੇ ਨੇ ਉਹਨਾਂ ਦੇ ਵਿੱਚ ਵੀ ਘੁੰਡੀਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਵਰਕ ਰਾਈਟਸ ਨਹੀਂ ਹੈਗੇ। ਓਕੇ, ਬਿਲਕੁਲ। ਤੇ ਇੱਕ ਸਟ੍ਰੇਟ ਵੇ ਦਾ ਸਿੰਪਲ ਜਿਹੜਾ ਪੈਸੇਜ ਜਿਹੜਾ ਦਿੱਤਾ ਹੈ ਉਹ ਮੈਕਸੀਕੋ ਓਨਲੀ ਉਹਨਾਂ ਨੇ ਦਿੱਤਾ। ਓਕੇ। ਸੋ ਇਹਦੇ ਵਿੱਚ ਰਹਿੰਦੇ ਜਿਹੜੇ ਬਾਕੀ ਹਿੰਦੂ ਤੇ ਸਿੱਖ ਨੇ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੂੰ ਕੀ ਹੁਣ ਆਪਾਂ ਸੋਚ ਸਕਦੇ ਹੈਗੇ ਵੀ ਕਿੰਨਾ ਕੁ ਸਮਾਂ ਲੱਗ ਜਾਏਗਾ? ਇੱਕ ਪਾਸੇ ਤੁਹਾਡੇ ਵਰਗੀਆਂ ਜਥੇਬੰਦੀਆਂ ਕੋਸ਼ਿਸ਼ ਕਰ ਰਹੀਆਂ ਨੇ, ਮੈਕਸੀਕੋ ਮੇਰੇ ਖਿਆਲ 'ਚ ਕੋਸ਼ਿਸ਼ ਹੀ ਹੈਗੀ ਹੈ ਜਿਹਨੂੰ ਚੰਗੇ ਤਰੀਕੇ ਦੇ ਨਾਲ ਬੂਰ ਪਿਆ ਕਹਿ ਸਕਦੇ ਹਾਂ ਵੀ ਮੈਕਸੀਕੋ ਦੀ ਸਰਕਾਰ ਨੇ ਪਨਾਹ ਦਿੱਤੀ ਹੈ। ਹਾਲਾਂਕਿ ਮੈਕਸੀਕੋ ਦਾ ਰਿਕਾਰਡ ਇੱਦਾਂ ਦਾ ਰਿਹਾ ਨਹੀਂ ਹੈ, ਉਸ ਦੇ ਬਾਵਜੂਦ ਵੀ ਬਾਕੀ ਦੇਸ਼ਾਂ ਦੇ ਉੱਤੇ ਵੀ ਹੋ ਸਕਦਾ ਇਸ ਚੀਜ਼ ਦਾ ਕੋਈ ਅਸਰ ਪਵੇ ਤੇ ਉਹ ਵੀ ਕੋਈ ਕੁਇਕ ਵਾਲਾ ਪ੍ਰੋਸੈਸ ਹੈ ਚੂਜ਼ ਕਰ ਸਕਦੇ ਨੇ। ਫਿਰ ਵੀ ਗੁਰਵਿੰਦਰ ਜੀ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜਿਹੜਾ ਲੰਬਾ ਸਮਾਂ ਹਜੇ ਉੱਧਰ ਬੈਠੇ ਪਰਿਵਾਰਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ? ਮੈਕਸੀਕੋ ਗਵਰਨਮੈਂਟ ਦੇ ਨਾਲ ਤੇ ਸਾਡੀ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਰੈਗੂਲਰ ਬੇਸਿਸ ਦੇ ਉੱਤੇ, ਤਾਂ ਕਿ ਇਸ ਜਿਹੜੇ 141 ਨੰਬਰ ਨੂੰ ਵਧਾ ਕੇ 500 600 ਤੇ ਲੈ ਕੇ ਜਾਇਆ ਜਾ ਸਕੇ। ਪਲੱਸ ਇੱਕ ਜਦੋਂ ਹੁਣ 1-2 ਜਥੇ ਹੋਰ ਉੱਥੇ ਚਲੇ ਜਾਂਦੇ ਨੇ ਅਫਗਾਨਿਸਤਾਨੀ ਸਿੱਖਾਂ ਦੇ, ਉਹਨਾਂ ਦਾ ਕੌਨਫੀਡੈਂਸ ਵੀ ਬਿਲਡ ਹੋ ਜਾਂਦਾ ਹੈ ਕਿ ਇੱਕ ਇਹ ਵੀ ਕੰਟਰੀ ਵਧੀਆ ਰਹਿਣ ਨੂੰ ਆ। ਜੇ ਆਪਾਂ ਇਕਨੋਮਿਕਲੀ ਵੀ ਉਹਨੂੰ ਕੰਪੇਅਰ ਕਰਦੇ ਹਾਂ ਤੇ ਜਿਹੜੀ ਕਰੰਸੀ ਰੇਟ ਆ ਅਫਗਾਨਿਸਤਾਨ ਦਾ ਮੈਕਸੀਕੋ ਦੇ ਨਾਲ 1:5 ਆ, ਤੇ ਮੈਕਸੀਕੋ ਦੇ 5 ਅਫਗਾਨਿਸਤਾਨ ਨਹੀਂ, ਮੈਕਸੀਕੋ ਦਾ 1 ਅਫਗਾਨਿਸਤਾਨ ਦਾ 5 ਦੇ ਕਰੀਬ ਬਣ ਜਾਂਦਾ, ਤੇ ਵਿਚ ਇਜ਼ ਅ ਕਾਈਂਡ ਆਫ ਅ ਗੁੱਡ ਥਿੰਗ। ਤੇ ਉਹ ਹੋਰ ਕੁਛ ਨਹੀਂ, ਤੇ ਐਟਲੀਸਟ ਉਹਨਾਂ ਦੀ ਜਾਨ ਤੇ ਉੱਥੇ ਬਚੀ ਹੈ। ਕੰਮਕਾਰ ਉੱਥੇ ਉਹ ਲੋਕ ਮਿਹਨਤੀ ਨੇ, ਜੇ ਉਹ ਦਿੱਲੀ ਜਾ ਕੇ ਰਹਿ ਰਹੇ ਨੇ ਜਾਂ ਇੰਡੀਆ ਜਾ ਕੇ ਰਹਿ ਰਹੇ ਨੇ, ਉੱਥੇ ਵੀ ਉਹ ਕੰਮ ਕਰ ਰਹੇ ਨੇ, ਭਾਵੇਂ ਉਹਨਾਂ ਕੋਲ ਵਰਕ ਰਾਈਟਸ ਨਹੀਂ ਹੈਗੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣਾ ਗੁਜ਼ਰ ਬਸਰ ਕਰ ਰਹੇ ਨੇ, ਸਮਾਰਟ ਨੇ। ਤੇ ਕਿਉਂਕਿ ਮੈਂ ਦੱਸਿਆ ਟ੍ਰੇਡਿੰਗ ਬੈਕਗਰਾਊਂਡ ਤੋਂ ਨੇ, ਉੱਥੇ ਇਹਨਾਂ ਕੰਟਰੀਜ਼ ਦੇ ਵਿੱਚ ਟ੍ਰੇਡਿੰਗ ਦੇ ਵਿੱਚ ਐਸਟੈਬਲਿਸ਼ ਹੋਣਾ ਬੜਾ ਈਜ਼ੀ ਹੈ, ਕਿਉਂਕਿ ਇੱਥੇ ਹੇਰਾਫੇਰੀ ਜਿਹੜੀਆਂ ਉਹਨਾਂ ਮੁਲਕਾਂ ਨਾਲੋਂ ਘੱਟ ਆ, ਤੇ ਚੀਜ਼ਾਂ ਥੋੜ੍ਹੀਆਂ ਈਜ਼ੀ ਨੇ, ਬਲੈਕ ਐਂਡ ਵਾਈਟ ਜ਼ਿਆਦਾ ਨੇ। ਸਾਡੇ ਮੁਲਕਾਂ ਦੇ ਵਿੱਚ ਤੇ ਹਰ ਚੀਜ਼ ਗ੍ਰੇ ਆ। ਤੇ ਮੈਂ ਤਾਂ ਕਹਿ ਰਿਹਾ ਸਾਨੂੰ ਬਹੁਤ ਪੋਜ਼ੀਟਿਵ ਹੋਪ ਆ ਕਿ ਅਸੀਂ ਇਹਨਾਂ ਨੂੰ ਸੇਫਲੀ ਉੱਥੇ ਲੈ ਕੇ ਆ ਸਕਦੇ ਹਾਂ। ਹੋਰ ਵੀ ਕੰਟਰੀਜ਼ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਹੈ, ਪਰ ਉਹ ਹਜੇ ਪ੍ਰੋਸੈਸ ਜਿਵੇਂ ਦੱਸਿਆ ਬਹੁਤ ਸਲੋ ਆ। ਜਿਹੜੇ ਲੋਕ ਉੱਥੇ ਇਸ ਵੇਲੇ ਬੈਠੇ, ਤੁਸੀਂ ਦੱਸਿਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਇਕੱਠੇ ਹੋਏ ਬੈਠੇ ਆ, ਘੱਟ ਬਾਹਰ ਨਿਕਲਦੇ ਨੇ, ਤੁਹਾਡਾ ਉਹਨਾਂ ਨਾਲ ਵੀ ਕੋਈ ਰਾਬਤਾ ਹੁੰਦਾ ਹੈ? ਰਾਬਤਾ ਹੁੰਦਾ ਤਾਂ ਕਿਵੇਂ ਰਾਬਤਾ ਹੋ ਰਿਹਾ, ਤੇ ਉਹ ਤੁਹਾਨੂੰ ਕੀ ਰਿਪੋਰਟ ਦੇ ਰਹੇ ਨੇ, ਕਿਵੇਂ ਰਹਿ ਰਹੇ ਨੇ, ਕੀ ਖੌਫ ਦੇ ਵਿੱਚ ਨੇ ਜਾਂ ਫਿਰ ਆਰਾਮ ਦੇ ਨਾਲ ਜਿਹੜਾ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਵੀ ਇੱਥੋਂ ਛੇਤੀ ਕੱਢਿਆ ਜਾਏਗਾ? ਆਲੇ ਦੁਆਲੇ ਦੇ ਹਾਲਾਤ ਉਹਨਾਂ ਨੂੰ ਕਿਵੇਂ ਦੇ ਲੱਗ ਰਹੇ ਨੇ? ਇੱਕ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇੱਕ ਖੌਫ ਤੇ ਹੈ, ਪਰ ਚੜ੍ਹਦੀ ਕਲਾ ਦੇ ਵਿੱਚ ਨੇ, ਤੇ ਇੱਕ ਪੋਜ਼ੀਟਿਵ ਹੋਪ ਵੀ ਹੈਗੀ ਹੈ, ਕਿਉਂਕਿ ਇਹ ਜਿਹੜੇ 2 ਵੀਰ ਗਏ ਨੇ ਹੁਣ, ਤੇ ਉਹਨਾਂ ਦੇ ਪਰਿਵਾਰਾਂ ਦੇ ਲਿੰਕਸ ਨੇ ਉਹਨਾਂ ਦੇ ਨਾਲ, ਤੇ ਉਹ ਰੈਗੂਲਰ ਬੇਸਿਸ 'ਤੇ ਉਹਨਾਂ ਦੀ ਗੱਲਬਾਤ ਵੀ ਹੋ ਰਹੀ ਹੈ, ਤੇ ਇੱਕ ਜਿਹੜੀ ਹੈ ਨਾ ਉਮੀਦ ਦੀ ਕਿਰਨ ਉਹਨਾਂ ਨੂੰ ਦਿਖੀ ਹੈ, ਤੇ ਇਹਦੇ ਕਰਕੇ ਉਹ ਐਕਸਾਈਟਿਡ ਵੀ ਨੇ। ਤੇ ਇਨੀਸ਼ੀਅਲੀ ਅਸੀਂ ਵੀ ਮਤਲਬ ਕਾਫੀ ਪਹਿਲੇ ਡਰੇ ਹੋਏ ਸੀ, ਅਸੀਂ ਇਸ ਚੀਜ਼ ਨੂੰ ਪਬਲਿਕਲੀ ਅਨਾਊਂਸ ਹੀ ਨਹੀਂ ਕੀਤਾ ਕਿ ਸਾਡੇ ਕੋਲ ਜਿਹੜੇ ਮੈਕਸੀਕਨ ਵੀਜ਼ਾਸ ਨੇ ਘੱਟੋ ਘੱਟ ਮਹੀਨਾ ਹੋ ਗਿਆ ਸਾਡੇ ਕੋਲ ਆਏ ਨੂੰ। ਫਿਰ ਇਹਨਾਂ ਨੂੰ ਜਦੋਂ ਗੱਲਬਾਤ ਕੀਤੀ ਕਿ ਮੈਕਸੀਕੋ ਦੇ ਵਿੱਚ ਇਸ ਤਰ੍ਹਾਂ ਸਾਨੂੰ ਸ਼ਰਨ ਮਿਲੀ ਹੈ, ਉਹਨਾਂ ਦੇ ਵਿੱਚ ਵੀ ਕਈ ਲੋਕ ਜਾਣਾ ਨਹੀਂ ਸੀ ਚਾਹੁੰਦੇ, ਬਿਕੋਜ਼ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਕਸੀਕੋ ਬਾਰੇ ਸੁਣਿਆ ਨਹੀਂ ਕਦੀ ਕਿਸੇ ਨੇ ਕਿ ਬਈ ਉਹਨਾਂ ਨੇ ਵੀ ਸੇਫ ਰਿਫਿਊਜ ਮਿਲ ਸਕਦਾ। ਫਿਰ ਇਹਨਾਂ ਦੀਆਂ ਵੈਕਸੀਨੇਸ਼ਨਸ ਨਹੀਂ ਸੀ ਹੋਈਆਂ, ਵੈਕਸੀਨੇਸ਼ਨ ਕਰਵਾਉਣੀਆਂ, ਵੈਕਸੀਨੇਸ਼ਨ ਦੇ ਬਾਅਦ ਕੁਝ ਸਮੇਂ ਦਾ ਗੈਪ ਚਾਹੀਦਾ ਹੈ, ਕੋਵਿਡ ਪ੍ਰੋਟੋਕੋਲ, ਉਹ ਮਤਲਬ ਕਾਫੀ ਚੀਜ਼ਾਂ ਨੂੰ ਟਾਈਮ ਲੱਗ ਗਿਆ। ਤੇ ਜਦੋਂ ਐਜ਼ ਪਾਇਲਟ ਪ੍ਰੋਗਰਾਮ ਦੇ ਵਿੱਚ ਜਦੋਂ 2 ਬੰਦੇ ਗਏ ਨੇ, ਤੇ ਜਿਹੜਾ ਇੱਕ ਤਲਵਿੰਦਰ ਸਿੰਘ ਨੇ ਜਿਹੜੇ ਗਏ ਨੇ, ਤੇ ਹੀ ਇਜ਼ ਵੈਰੀ ਐਕਟਿਵ ਇਨ ਦ ਕਮਿਊਨਿਟੀ, ਆਪਣੇ ਅਫਗਾਨ ਸਿੱਖ ਕਮਿਊਨਿਟੀ ਦੇ ਵਿੱਚ ਯੰਗ ਸਿੱਖ ਵੀਰ ਆ, ਤੇ ਉਹ ਜਦੋਂ ਇਸ ਤਰ੍ਹਾਂ ਦੇ ਬੱਚੇ ਅੱਗੇ ਆਉਂਦੇ ਨੇ ਤੇ ਦੂਸਰਿਆਂ ਨੂੰ ਵੀ ਜਿਹੜੀ ਹੈ ਨਾ ਇੱਕ ਹੋਪ ਵਧੀਆ ਮਿਲਦੀ ਹੈ। ਜੀ ਬਿਲਕੁਲ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤਲਵਿੰਦਰ ਸਿੰਘ ਮੈਕਸੀਕੋ ਪਹੁੰਚੇ ਹੋਏ ਨੇ, ਉਹਨਾਂ ਨਾਲ ਸਾਡਾ ਜਲਦੀ ਤੋਂ ਜਲਦੀ ਰਾਬਤਾ ਹੋ ਸਕੇ, ਤੇ ਅਸੀਂ ਉਹਨਾਂ ਨੂੰ ਵੀ ਤੁਹਾਡੇ ਮੁਖਾਤਿਬ ਕਰੀਏ, ਉਹਨਾਂ ਨਾਲ ਵੀ ਜਿਹੜੀਆਂ ਇਸ ਸੰਬੰਧੀ ਗੱਲਾਂ ਬਾਤਾਂ ਕਰੀਏ। ਤੁਹਾਡੇ ਨਾਲ ਗੁਰਵਿੰਦਰ ਸਿੰਘ ਜੀ ਇਸ ਵੇਲੇ, ਕਿਉਂਕਿ ਨੋ ਡਾਊਟ ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਕਮਿਊਨਿਟੀ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਕਈ ਸੰਸਥਾਵਾਂ ਦੇ ਸਾਥ ਦੀ ਲੋੜ ਪੈਂਦੀ ਹੈ। ਤੁਹਾਡੇ ਨਾਲ ਇਸ ਵੇਲੇ ਕੌਣ ਜਣੇ ਮਿਲੇ ਹੋਏ ਨੇ, ਕਿਵੇਂ
ਤੁਹਾਡੀ ਸਾਰੀ ਟੀਮ ਜਿਹੜੀ ਹੈ ਉਹ ਇੰਨੇ ਵੱਡੇ ਇਸ ਪ੍ਰੋਜੈਕਟ ਨੂੰ ਹੈਂਡਲ ਕਰ ਰਹੀ ਹੈ, ਕਿਵੇਂ ਮਦਦ ਕਰ ਰਹੀ ਹੈ। ਨੋ ਡਾਊਟ ਇਸ ਮਦਦ ਵਿੱਚ ਕਾਫੀ ਜ਼ਿਆਦਾ ਫਾਈਨੈਂਸ਼ੀਅਲੀ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਖੁਦ ਨੂੰ ਵੀ ਲੋੜ ਹੈਗੀ ਹੈ। ਮੈਂ ਪਹਿਲੀ ਗੱਲ ਤੇ ਕੈਨੇਡਾ ਦੀ ਸੰਗਤ ਦਾ ਧੰਨਵਾਦ ਕਰਦਾ, ਕਿਉਂਕਿ ਮੈਂ ਇੱਥੇ ਪਰਿਵਾਰਕ ਫੇਰੀ ਤੇ ਆਇਆ ਹਾਂਜੀ, ਤੇ ਮੈਂ ਘੱਟੋ ਘੱਟ ਨਹੀਂ ਤੇ 10 ਗੁਰਦੁਆਰਾ ਸਾਹਿਬਾਨ ਨੂੰ ਪਰਸਨਲੀ ਮਿਲਿਆ ਜਾ ਕੇ, ਤੇ ਜਿਨ੍ਹਾਂ ਨੇ ਆਪਣੀ ਸਪੋਰਟ ਜਿਹੜੀ ਹੈ ਜ਼ਾਹਿਰ ਕੀਤੀ ਹੈ। ਅੱਛਾ ਜੀ। ਤੇ ਸੰਗਤ ਨੇ ਵੀ ਸਾਨੂੰ ਕਾਫੀ ਵੱਡੀਆ ਹੁੰਗਾਰਾ ਦਿੱਤਾ ਪਿਛਲੇ 2 ਮਹੀਨਿਆਂ ਦੇ ਵਿੱਚ ਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਸ ਜਿਹੜੀ ਹੈ ਬੇਰੀ ਨੂੰ ਬੂਰ ਲੱਗਣਾ, ਤੇ ਦਿਸ ਇਜ਼ ਅ ਟਾਈਮ ਵੈਨ ਯੂ ਕੈਨ ਸ਼ੋ ਯੂਰ ਸਪੋਰਟ ਜੀ। ਤੇ ਹਰ ਤਰੀਕੇ ਦੇ ਨਾਲ ਤੁਸੀਂ ਸਪੋਰਟ ਕਰ ਸਕਦੇ ਹੋ। ਤੁਸੀਂ ਜਿਹੜੀ ਆਪਾਂ ਇੰਟਰਵਿਊ ਚੱਲ ਰਹੀ ਹੈ ਜਾਂ ਇਸ ਤਰ੍ਹਾਂ ਦਾ ਵਰਡ ਆਫ ਮਾਊਥ ਹੈ ਉਹਨੂੰ ਸਪਰੈਡ ਕਰ ਸਕਦੇ ਹੋ। ਬਿਲਕੁਲ ਬਿਲਕੁਲ। ਤੁਸੀਂ ਫਾਈਨੈਂਸ਼ੀਅਲੀ ਨਹੀਂ ਕਰ ਸਕਦੇ, ਆਪਣਾ ਟਾਈਮ ਦੇ ਸਕਦੇ ਹੋ। ਸਾਡੇ ਕੋਲ ਹੋਰ ਬੈਕ ਐਂਡ ਦੇ ਵਿੱਚ ਇੰਨੇ ਕੁ ਜ਼ਿਆਦਾ ਕੰਮ ਕਰਨ ਵਾਲੇ ਨੇ ਕਿ ਜਿਹੜੇ ਸਾਡੇ ਕੋਲ ਦਿਨ ਰਾਤ ਕਰਕੇ ਵੀ ਕਈ ਵਾਰੀ ਨਹੀਂ ਹੁੰਦੇ, ਤੇ ਇਹ ਸਪੋਰਟ ਤੇ ਹਰ ਤਰੀਕੇ ਦੀ ਕਮਿਊਨਿਟੀ ਦੀ ਲੋੜ ਹੈਗੀ ਹੈ। ਕਿਉਂਕਿ ਇਹ ਜਦੋਂ ਇਹ ਮੀਡੀਆ ਵੇਵ ਬਣਦੀ ਹੈ, ਸ਼ਾਇਦ ਕੀ ਪਤਾ ਕੈਨੇਡਾ ਦੇ ਹੀ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਇਹਨਾਂ ਦੀ ਜਿਹੜੇ ਫੋਰਨ ਅਫੇਅਰ ਮਿਨਿਸਟਰੀ ਹੈ ਜਾਂ ਇਮੀਗ੍ਰੇਸ਼ਨ ਵਾਲੇ ਨੇ, ਇਹਨਾਂ ਦੇ ਕਿਤੇ ਮਨ ਤੇ ਦਇਆ ਆ ਜਾਵੇ ਤੇ ਸ਼ਾਇਦ ਇਹ ਵੀ ਕਿਤੇ ਕੱਲ ਨੂੰ ਹੋਰ ਲੈ ਜਾਣ, ਥੋੜਾ ਪ੍ਰੋਸੈਸ ਕੋਈ ਕੁਇਕ ਕਰ ਦੇਣ ਜੀ। ਤੇ ਇਹ ਵੇਖਾ ਵੇਖੀ ਜਿਵੇਂ ਤੁਸੀਂ ਦੱਸਿਆ ਬਹੁਤ ਫਰਕ ਪੈਂਦਾ ਕਿ ਖਾਸ ਕਰਕੇ ਜਦੋਂ ਮੈਕਸੀਕੋ ਵਰਗਾ ਕੰਟਰੀ ਕਰ ਰਿਹਾ ਤੇ ਕਿਉਂ ਨਹੀਂ ਜਿਹੜੇ ਕਿ ਵਧੀਆ ਡਿਵੈਲਪ ਕੰਟਰੀਜ਼ ਨੇ ਜਿਨ੍ਹਾਂ ਦੀ GDP ਮਤਲਬ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੈ। ਜਦਕਿ ਕੈਨੇਡਾ ਵਰਗਾ ਮੁਲਕ ਜਿਹੜਾ ਹੈ ਇਹਨਾਂ ਚੀਜ਼ਾਂ ਲਈ ਮੰਨਿਆ ਜਾਂਦਾ ਵੀ ਜਦੋਂ ਇਦਾਂ ਦੇ ਮੌਕਿਆਂ ਦੇ ਵਿੱਚ ਹੈਲਪ ਕਰਨ ਦੀ ਲੋੜ ਪਈ, ਕੋਈ ਵੀ ਤਰਾਸਦੀ ਆਈ ਹੈ ਕਿਸੇ ਵੀ ਕੰਟਰੀ 'ਚ ਘੱਟ ਗਿਣਤੀਆਂ ਨੂੰ ਜਾਂ ਹੋਰ ਲੋਕਾਂ ਨੂੰ, ਤਾਂ ਹਮੇਸ਼ਾ ਇਹਨਾਂ ਨੇ ਬਾਂਹ ਫੜੀ ਹੈਗੀ ਹੈ। ਸੋ ਇਸ ਲਈ ਤੁਸੀਂ ਕੀ ਕੋਈ ਸਿਆਸਤਦਾਨਾਂ ਦੇ ਨਾਲ ਸੰਪਰਕ ਦੇ ਵਿੱਚ ਵੀ ਹੈਗੇ ਹੋ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਤੱਕ ਵੀ ਤੁਹਾਡੇ ਵੱਲੋਂ ਕੋਈ ਚਿੱਠੀ ਪੱਤਰ, ਕੋਈ ਸੱਦਾ ਪਹੁੰਚਾਇਆ ਗਿਆ ਹੈਗਾ, ਜਾਂ ਲੋਕਲ ਲੈਵਲ ਦੇ ਉੱਤੇ MLAs MP ਹੈਗੇ ਆ, ਕੋਈ ਉਹਨਾਂ ਤੱਕ? ਜੀ, ਸਾਡੀ ਐਡਵੋਕੇਸੀ ਟੀਮ ਨੇ ਇਹ ਸਾਰੇ ਜਿਹੜੇ ਹੀਲੇ ਵਸੀਲੇ ਜਿਹੜੇ ਨੇ ਲਗਾਏ ਨੇ ਸਾਡੀਆਂ, ਕਿਉਂਕਿ ਕੋਵਿਡ ਸਮਾਂ ਕਰਕੇ ਸਾਡੀ ਫਿਜ਼ੀਕਲ ਮੀਟਿੰਗਸ ਨਹੀਂ ਹੋ ਸਕੀਆਂ, ਪਰ ਜ਼ੂਮ ਮੀਟਿੰਗ ਸਾਡੀਆਂ ਜਿਹੜੀਆਂ ਮੈਂਬਰ ਪਾਰਲੀਮੈਂਟਸ US ਦੇ ਵਿੱਚ ਜਿਹੜੇ ਕਾਂਗਰਸਮੈਨ ਨੇ, ਮੈਂ ਆਸਟ੍ਰੇਲੀਆ ਤੋਂ ਆਇਆ, ਉੱਧਰ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਵੀ ਸਾਡੀਆਂ ਜ਼ੂਮਸ ਜਿਹੜੀਆਂ ਨੇ ਹੋਈਆਂ ਨੇ, ਤੇ ਉਹ ਚੀਜ਼ਾਂ ਬੈਕ ਐਂਡ 'ਤੇ ਚੱਲ ਰਹੀਆਂ ਨੇ। ਪਰ ਹੋਪਫੁਲੀ ਸ਼ਾਇਦ ਇਸ ਵਰਤਾਰੇ ਨੂੰ ਵੇਖ ਕੇ ਮੈਕਸੀਕੋ ਵਾਲੇ ਨੂੰ ਸ਼ਾਇਦ ਇਹਨਾਂ ਦੇ ਵੀ ਮਨ ਪਸੀਜ ਜਾਣ ਤੇ ਇਸ ਪ੍ਰੋਸੈਸ ਨੂੰ ਕੁਇਕ ਕਰ ਸਕਦੇ ਨੇ। ਜੀ ਬਿਲਕੁਲ। ਗੁਰਵਿੰਦਰ ਜੀ, ਇਸ ਵੇਲੇ ਪਰ ਪਰਸਨ ਤੁਸੀਂ ਖਰਚਾ ਦੱਸਿਆ ਵੀ ਇੰਨਾ ਕੁ ਆ ਰਿਹਾ। ਇੱਕ ਸਵਾਲ ਹੋ ਰਿਹਾ, ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਜਿਹੜੇ ਅੱਧੇ ਇੱਥੇ ਆ ਚੁੱਕੇ ਹੋਏ ਨੇ, ਅੱਧੇ ਮੈਕਸੀਕੋ ਦੇ ਵਿੱਚ ਤੁਸੀਂ ਦੱਸਿਆ ਵੀ ਜਿਹੜੇ ਪਹੁੰਚ ਚੁੱਕੇ, ਉਹਨਾਂ ਦੀ ਤਾਂ ਮਦਦ ਦੀ ਗੱਲ ਠੀਕ ਹੈ। ਜਿਹੜੇ ਅਫਗਾਨਿਸਤਾਨ ਦੇ ਵਿੱਚ ਹਜੇ ਵੀ ਉੱਥੇ ਰੁਕੇ ਹੋਏ ਨੇ, ਜਿਨ੍ਹਾਂ ਨੂੰ ਹਜੇ ਕੱਢਣਾ ਬਾਕੀ ਹੈ, ਕੀ ਉਹਨਾਂ ਤੱਕ ਵੀ ਕਿਸੇ ਕਿਸਮ ਦੀ ਕੋਈ ਮਦਦ ਪਹੁੰਚਾਈ ਜਾ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲੀ ਜਾਂ ਕੋਈ ਹੋਰ ਰਸਦ ਪਾਣੀ ਕਿਸੇ ਵੀ ਤਰ੍ਹਾਂ ਦਾ? ਜੀ ਬਿਲਕੁਲ। ਜਿਸ ਤਰ੍ਹਾਂ ਪਹਿਲੇ ਜਦੋਂ 2018 ਦੇ ਵਿੱਚ 650 ਬੰਦਾ ਸੀ, ਜਦੋਂ ਉੱਥੇ ਅਟੈਕ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ, ਉਦੋਂ ਇੰਡੀਅਨ ਗਵਰਨਮੈਂਟ 450 ਬੰਦਾ ਲੈ ਕੇ ਆਉਂਦੀ ਹੈ, ਜਿਸ ਦੇ ਵਿੱਚੋਂ 300 ਦੇ ਕਰੀਬ ਦੇ ਕੋਲ ਤੇ ਪਾਸਪੋਰਟ ਹੀ ਨਹੀਂ ਸੀ, ਜਾਂ ਹੈਗੇ ਸੀ ਤੇ ਐਕਸਪਾਇਰ ਹੋਣ ਵਾਲੇ ਸੀ। ਉਹ ਸਾਰੇ ਪਾਸਪੋਰਟ ਦੁਬਾਰਾ ਉਹਨਾਂ ਦੇ ਬਣਵਾਏ, ਤੇ ਫਿਰ ਜਿਸ ਤਰ੍ਹਾਂ ਦੱਸਿਆ ਕਿ ਉਹਨਾਂ ਨੂੰ ਇੰਡੀਆ ਲੈ ਕੇ ਆਂਦਾ, ਜਦੋਂ ਉਹਨਾਂ ਦਾ ਸਾਰਿਆਂ ਦਾ ਖਰਚਾ ਹਾਲੇ ਤੱਕ ਅਸੀਂ ਕਰ ਰਹੇ ਹਾਂ। ਪਿਛਲੇ ਸਾਲ ਸੈਪਟੰਬਰ ਤੋਂ ਲੈ ਕੇ ਪਿਛਲੇ ਸਾਲ 2019 ਤੋਂ ਆਏ ਨੇ ਉਹ, 2019 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਹੈਲਪ ਆ ਹਰ ਤਰੀਕੇ ਦੀ ਕੀਤੀ ਜਾ ਰਹੀ ਹੈ ਵਾਇਆ ਅਫਗਾਨ ਹੈਲਪ ਡੈਸਕ। ਤੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਨੇ ਉਹਨਾਂ ਦੇ ਨੂੰ ਅਸੀਂ ਜਿਹੜਾ ਫੂਡ ਬੈਂਕ ਗੁਰੂ ਨਾਨਕ ਮੋਦੀ ਖਾਨਾ ਖੋਲ੍ਹ ਕੇ ਦਿੱਤਾ, ਜਿਸ ਦੇ ਵਿੱਚ ਉਹਨਾਂ ਨੂੰ ਹਰ ਤਰੀਕੇ ਦਾ ਸਮਾਨ ਉੱਥੇ ਮੁਹੱਈਆ ਕੀਤਾ ਜਾ ਰਿਹਾ। ਕਿ ਪਹਿਲੀ ਆਰਗੇਨਾਈਜੇਸ਼ਨ ਕਹਿ ਸਕਦੇ ਹਾਂ ਜਿਹੜੀ ਹੈ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਕੰਮ ਕਰ ਰਹੇ ਹਾਂ, ਵਿਚ ਇਜ਼ ਅ ਵੈਰੀ ਹਾਰਡ ਥਿੰਗ। ਐਗਜ਼ੈਕਟਲੀ, ਮੈਂ ਹੀ ਸਵਾਲ ਕਰਨ ਲੱਗੀ ਸੀ ਵੀ ਉਹ ਹਾਰਡ ਹੈ, ਤੇ ਉੱਧਰ ਜਿਹੜੇ ਜਿਨ੍ਹਾਂ ਨੇ ਆਲਰੇਡੀ ਕਬਜ਼ਾ ਕਰ ਲਿਆ, ਜਿਹੜਾ ਉੱਥੇ ਦੇ ਕਾਬਜ਼ ਹੁਣ ਹੋ ਰਹੇ ਨੇ, ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅੜਚਨ ਜਾਂ ਉਹ ਪੇਸ਼ ਆ ਰਹੀ ਹੈ? ਇੱਦਾਂ ਦਾ ਕੋਈ ਨਹੀਂ, ਹਾਲੇ ਤੱਕ ਤੇ ਇਸ ਤਰ੍ਹਾਂ ਦੀ ਕੋਈ ਜਿਹੜੀ ਅੜਚਨ ਨਹੀਂ ਆਈ, ਤੇ ਨਾ ਹੀ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਅਫਵਾਹਾਂ ਵੀ ਆਈਆਂ ਨੇ। ਪਰ ਇੱਕ ਜਿਸ ਤਰ੍ਹਾਂ ਮੈਂ ਦੱਸਿਆ, ਸਹਿਮ ਦਾ ਮਾਹੌਲ ਜ਼ਰੂਰ ਹੈਗਾ, ਕਿਉਂਕਿ ਜਦੋਂ ਤੁਸੀਂ ਬਾਹਰ ਦੇਖਿਆ ਜਾਵੇ ਲੱਖਾਂ ਦੀ ਗਿਣਤੀ ਹੋਵੇ ਤਾਂ ਤੁਸੀਂ ਸਿਰਫ ਇੱਕ 150 ਬੰਦਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਵੋ, ਜਿਸ ਦੇ ਵਿੱਚ ਤੁਹਾਡੇ ਕੋਲ ਲਿਮਿਟਡ ਰਿਸੋਰਸਿਸ ਹੋਣ, ਤੇ ਉਹ ਇੱਕ ਸਹਿਮ ਦਾ ਮਾਹੌਲ ਤੇ ਜ਼ਰੂਰ ਹੁੰਦਾ। ਜੀ ਗੁਰਵਿੰਦਰ ਜੀ, ਇਸ ਕੰਮ ਵਾਸਤੇ ਤੁਸੀਂ ਸਾਰੀ ਟੀਮ ਲੱਗੇ ਹੋਏ ਹੋ, ਕਿਸੇ ਤਰੀਕੇ ਨਾਲ ਵੀ ਹੈਲਪ ਹੋ ਸਕੇ। ਹੁਣ ਜੇ ਕਿਸੇ ਵੀ ਪਰਸਨ ਨੇ ਤੁਹਾਡੇ ਇਸ ਪ੍ਰੋਜੈਕਟ ਦੇ ਨਾਲ ਜੁੜਨਾ ਹੈ, ਮਦਦ ਕਰਨ ਵਾਸਤੇ, ਅਫਗਾਨਿਸਤਾਨ ਦੇ ਵਿੱਚ ਜਿਹੜੇ ਸ਼ਰਨਾਰਥੀ ਬੈਠੇ ਨੇ ਉਹਨਾਂ ਦੀ ਮਦਦ ਕਰਨ ਦੇ ਲਈ, ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਹੈਗੇ ਨੇ? ਕੈਨੇਡਾ ਦੇ ਵਿੱਚ ਸਾਡੇ ਕੋਲ, ਮੈਂ ਆਪਣਾ ਨੰਬਰ ਦੱਸ ਦਿੰਦਾ, ਸਾਡੇ ਤੁਸੀਂ ਉਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸੌਰੀ, ਮੈਨੂੰ ਯਾਦ ਨਹੀਂ ਹੈ ਨੰਬਰ, ਮੈਂ ਜੀ 905 672 2245 905 672
8245 ਇਹ ਸਾਡਾ ਕੈਨੇਡਾ ਦਾ ਨੰਬਰ ਹੈ। ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ united6.org। ਉਸ ਦੇ ਵਿੱਚ ਅਸੀਂ ਯੂਨਾਈਟਿਡ ਨੇਸ਼ਨਸ ਵੱਲੋਂ ਮਾਨਤਾ ਪ੍ਰਾਪਤ ਸੰਸਥਾ ਆ ਤੇ ਅਸੀਂ ਕੈਨੇਡਾ ਦੇ ਵਿੱਚ ਰਜਿਸਟਰਡ ਨਾਟ ਫॉर ਪ੍ਰੋਫਿਟ ਆ, ਆਸਟ੍ਰੇਲੀਆ ਦੇ ਵਿੱਚ ਚੈਰਿਟੀ ਆ, US UK ਸਾਰੀਆਂ ਸਾਡੀਆਂ ਡੋਨੇਸ਼ਨ ਡਿਟੇਲਸ ਜਿਹੜੀਆਂ ਨੇ ਉਹ ਵੈਬਸਾਈਟ 'ਚ ਅਵੇਲੇਬਲ ਹੈਗੀਆਂ ਨੇ, ਤੁਸੀਂ ਉੱਥੋਂ ਵੇਖ ਸਕਦੇ ਹੋ। ਕਿਸੇ ਵੀ ਤਰੀਕੇ ਦੀ ਤੁਸੀਂ ਡੋਨੇਸ਼ਨ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ, ਸਾਡੇ ਨਾਲ ਸੰਪਰਕ ਕਰਨਾ। ਸਾਡੇ ਈਮੇਲ ਐਡਰੈਸਿਸ ਨੇ, ਸਾਡੇ ਫੋਨ ਨੰਬਰਸ ਨੇ ਵੈਬਸਾਈਟ ਦੇ ਵਿੱਚ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਜੀ ਇੱਕ ਚੀਜ਼ ਹੋਰ ਹੈ ਗੁਰਵਿੰਦਰ ਜੀ, ਜਦੋਂ ਲੋਕਾਂ ਨੇ ਕਿਉਂਕਿ ਹੈਲਪ ਕਰਨ ਲਈ ਇੱਦਾਂ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੱਗੇ ਜ਼ਰੂਰ ਆਉਂਦੇ ਨੇ, ਔਰ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਤਾਂ ਇਸ ਚੀਜ਼ ਦੇ ਵਿੱਚ ਮੰਨੀ ਹੋਈ ਹੈ ਕਿ ਜਦੋਂ ਕਿਸੇ ਨੂੰ ਲੋੜ ਪਈ ਹੈ ਤੇ ਹਮੇਸ਼ਾ ਖੜਦੇ ਨੇ, ਚਾਹੇ ਉਹ ਕਿਤੇ ਹੜ੍ਹ ਆ ਜਾਣ, ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਤਰਾਸਦੀ ਆਉਂਦੀ ਹੈ ਤਾਂ ਨਾਲ ਖੜਦੇ ਨੇ। ਪਰ ਇੱਕ ਬਹੁਤ ਹੀ ਅਹਿਮ ਚੀਜ਼ ਹੁੰਦੀ ਹੈ ਕਿ ਜੇ ਹੁਣ ਇੱਥੇ ਬੈਠੇ ਲੋਕ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਲੋਕ ਮਦਦ ਲਈ ਅੱਗੇ ਆਉਣਾ ਚਾਹੁੰਦੇ ਨੇ ਤਾਂ ਉਹ ਜਿਹੜੀ ਆਪਣਾ ਪੈਸਾ ਦੇ ਰਹੇ ਨੇ ਮਦਦ ਵਾਸਤੇ, ਕੋਈ ਫੰਡ ਦੇ ਰਹੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਪਹੁੰਚਾ ਰਹੇ ਨੇ, ਤਾਂ ਕੀ ਉਹ ਮਦਦ ਸਹੀ ਹੱਥਾਂ ਦੇ ਵਿੱਚ ਜਾ ਰਹੀ ਹੈ? ਕੀ ਉਹਨਾਂ ਦੇ ਵੱਲੋਂ ਭੇਜਿਆ ਫੰਡ ਸਹੀ ਹੱਥਾਂ ਦੇ ਵਿੱਚ ਜਾ ਰਿਹਾ ਐਂਡ ਸਹੀ ਥਾਂ ਦੇ ਉੱਤੇ ਲੱਗ ਰਿਹਾ? ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੀ ਪਾਰਦਰਸ਼ਤਾ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ। ਸੋ ਲੋਕ ਕਿਵੇਂ ਟਰਸਟ ਕਰ ਸਕਦੇ ਨੇ ਇਸ ਚੀਜ਼ ਤੇ ਵੀ ਜਿਹੜੀ ਚੀਜ਼ ਉਹ ਦੇ ਰਹੇ ਨੇ, ਕੋਈ ਵੀ ਹੈਲਪ ਕਰ ਰਹੇ ਨੇ, ਉਹ ਹੈਲਪ ਸਹੀ ਥਾਂ ਦੇ ਉੱਤੇ ਸਹੀ ਲੋਕ ਜਿਨ੍ਹਾਂ ਦੀ ਦੇ ਰਹੇ ਨੇ ਉਹਨਾਂ ਦੇ ਉੱਤੇ ਲਗਾਈ ਜਾ ਰਹੀ ਹੈ? ਕਿਵੇਂ ਪੁਖਤਾ ਕੀਤਾ ਜਾ ਰਿਹਾ? ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਭੈਣ ਜੀ। ਤੇ ਇਸ ਦੇ ਵਿੱਚ ਮੈਂ ਪਹਿਲੀ ਗੱਲ ਤੇ ਇਹ ਕਹਿ ਦੇਣਾ ਕਿ ਯੂਨਾਈਟਿਡ 6 ਜਿਹੜੀ ਇੱਕ ਸੰਸਥਾ ਆ ਉਹ ਬੀ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ। ਇਹਦੇ ਵਿੱਚ ਸਾਡੇ ਕੋਲ EMPLOYEES ਨਹੀਂ ਹੈ, ਭਾਵੇਂ ਮੇਰਾ ਇੱਕ ਉਹਨਾਂ ਨੇ ਅਹੁਦਾ ਰੱਖਿਆ ਡਾਇਰੈਕਟਰ ਦਾ, ਪਰ ਮੈਂ ਕੋਈ ਤਨਖਾਹ ਨਹੀਂ ਲੈ ਰਿਹਾ, ਰਾਈਟ। ਤੇ ਇਦਾਂ ਹੀ ਸਾਡੇ ਹੋਰ ਵੀਰ ਨੇ, ਉਹ ਆਪਣੀ ਵੱਖਰੀ ਕਿਰਤ ਕਮਾਈ ਕਰਦੇ ਨੇ, ਉਸ ਦੇ ਵਿੱਚੋਂ ਜੋ ਸਮਾਂ ਨਿਕਲਦਾ ਉਹ ਅਸੀਂ ਯੂਨਾਈਟਿਡ 6 ਵੱਲ ਲਾਉਂਦੇ ਹਾਂ। ਅਸੀਂ ਗਾਰੰਟੀ ਕਰਦੇ ਹਾਂ ਸਾਡੀ ਡੋਨੇਸ਼ਨਸ ਦਾ 90% ਜਿਹੜਾ ਆ ਉਹ ਟੂਵਰਡਸ ਦਾ ਕਾਜ਼ ਜਾਂਦਾ। 10% ਅਸੀਂ ਖਰਚੇ ਜ਼ਰੂਰ ਰੱਖੇ ਹੋਏ ਨੇ, ਐਡਮਿਨ ਖਰਚੇ। ਸਾਡੇ ਕੋਲ IT ਟੀਮ ਸਾਡੀ 24 ਆਵਰ ਚਾਹੀਦੀ, ਸਾਡੀ ਵੈਬਸਾਈਟ ਚੱਲਦੀ ਹੋਵੇ, ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਚੱਲਦੇ ਹੋਣ, ਇਸ ਤਰ੍ਹਾਂ ਦੀਆਂ ਜਿਹੜੀਆਂ ਕੁਛ ਚੀਜ਼ਾਂ ਨੇ। ਸਾਡੇ ਕੋਲ ਕਈ ਵਾਰੀ ਸਾਨੂੰ ਲਾਇਰਸ ਵੀ ਹਾਇਰ ਕਰਨੇ ਪੈਂਦੇ ਆ ਕੁਝ ਕੰਮਾਂ ਦੇ ਲਈ, ਸਪੈਸ਼ਲਾਈਜ਼ ਲਾਇਰ, ਜਿਵੇਂ ਰੱਬ ਨਾ ਕਰੇ ਜਿਵੇਂ ਰਿਫਿਊਜੀ ਪ੍ਰੋਗਰਾਮ ਹੈ, ਸਾਡੇ ਕੋਲ ਇਸ ਤਰ੍ਹਾਂ ਦੇ ਲਾਇਰਸ ਸਪੈਸ਼ਲਾਈਜ਼ ਨਹੀਂ ਹੈਗੇ, ਜਾਂ ਸਾਨੂੰ ਕੁਛ ਲਾਇਰਸ ਦੀ ਸਰਵਿਸਿਜ਼ ਲੈਣੀਆਂ ਪੈਂਦੀਆਂ ਨੇ, ਤੇ ਉਹ ਜਿਹੜੇ 10% ਖਰਚੇ ਅਸੀਂ ਉੱਥੇ ਲਾਉਂਦੇ ਹਾਂ। ਜਾਂ ਜਿਵੇਂ ਮੈਂ ਅਫਗਾਨ ਹੈਲਪ ਡੈਸਕ ਦੀ ਗੱਲ ਕਰ ਰਿਹਾ, ਉੱਥੇ ਸਾਨੂੰ ਇੱਕ ਫੁੱਲ ਟਾਈਮ ਬੰਦਾ ਚਾਹੀਦਾ ਮੈਕਸੀਕੋ ਦੇ ਵਿੱਚ, ਜਿਹਨੂੰ ਅਸੀਂ ਤਨਖਾਹ ਦੇਵਾਂਗੇ, ਜਿਹੜਾ ਕਿ ਉਹਨਾਂ ਲੋਕਾਂ ਦੀ ਹਰ ਤਰੀਕੇ ਦੀ ਹੈਲਪ ਜਿਹੜੀ ਆ ਉੱਥੇ ਕਰੇਗਾ। ਸੇਮ ਦਿੱਲੀ ਦੇ ਵਿੱਚ ਜਿਹੜਾ ਅਫਗਾਨ ਹੈਲਪ ਡੈਸਕ ਅਸੀਂ ਖੋਲ੍ਹਿਆ, ਉੱਥੇ ਵੀ ਅਸੀਂ ਇੱਦਾਂ ਹੀ ਚਲਾ ਰਹੇ ਹਾਂ। ਤੇ ਇਹ ਜਿਹੜੀਆਂ ਚੀਜ਼ਾਂ ਵਾਸਤੇ ਅਸੀਂ 10% ਖਰਚੇ ਜ਼ਰੂਰ ਰੱਖਦੇ ਹਾਂ ਤੇ 90% ਅਸੀਂ ਟੂਵਰਡਸ ਦਾ ਕਾਜ਼ ਜਿਹੜਾ ਅਸੀਂ ਲਾਉਂਦੇ ਹਾਂ। ਜੀ ਅਖੀਰ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਗੁਰਵਿੰਦਰ ਜੀ? ਤੁਸੀਂ ਅੱਜ ਆਏ ਹੋ, ਇੰਟਰਵਿਊ ਦੇ ਵਿੱਚ ਬੈਠੇ ਹੋ, ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਤੇ ਇਸ ਵੇਲੇ ਜਿਹੜੀ ਤੁਹਾਡੇ ਵੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਜਿਹੜੀ ਹੈ ਉਹ ਦੌੜ ਚੱਲ ਰਹੀ ਹੈ, ਸੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਮੈਂ ਇੱਕ ਅਪੀਲ ਸੰਗਤ ਨੂੰ ਜ਼ਰੂਰ ਕਰਨਾ ਚਾਹੂੰਗਾ ਕਿ ਬਈ ਇੱਕ ਬਹੁਤ ਇੱਕ ਅਹਿਮ ਮੁੱਦਾ ਹੈ, ਇਹਨੂੰ ਤੁਸੀਂ ਜਿੰਨਾ ਸ਼ੇਅਰ ਕਰ ਸਕਦੇ ਹੋ, ਸਪਰੈਡ ਕਰ ਸਕਦੇ ਹੋ ਵਰਡ ਆਫ ਮਾਊਥ ਦੇ ਨਾਲ, ਉਹਨਾਂ ਵੱਧ ਤੋਂ ਵੱਧ ਕਰੋ। ਡੋਨੇਟ ਨਹੀਂ ਕਰ ਸਕਦੇ, ਦੈਟਸ ਫਾਈਨ, ਤੁਸੀਂ ਆਪਣਾ ਸਮਾਂ ਦੇ ਸਕਦੇ ਹੋ। ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡੇ ਵਰਗੀਆਂ ਹੋਰ ਵੀ ਕਈ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਸ ਕਾਜ਼ ਲਈ, ਜਾਂ ਜਿਹੜੇ ਆਪਣੇ ਦਬਲੇ ਕੁਚਲੇ ਲੋਕ ਨੇ ਉਹਨਾਂ ਦੀਆਂ ਹੈਲਪ ਕਰਨ ਦੇ ਲਈ ਕੰਮ ਕਰ ਰਹੀਆਂ ਨੇ। ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗਲੀ ਉੱਥੇ ਆਪਣਾ ਸਮਾਂ ਜ਼ਰੂਰ ਦਿਓ, ਤੇ ਵੱਧ ਤੋਂ ਵੱਧ ਜਿਹੜੀ ਹੈ ਐਜੂਕੇਟ ਲੋਕਾਂ ਨੂੰ ਕਰੋ, ਤਾਂ ਕਿ ਇਸ ਕਾਜ਼ ਨੂੰ ਅਸੀਂ ਜਲਦੀ ਤੋਂ ਜਲਦੀ ਸੰਪੂਰਨ ਕਰ ਸਕੀਏ। ਜੀ, ਥੈਂਕ ਯੂ ਸੋ ਮਚ ਗੁਰਵਿੰਦਰ ਜੀ, ਤੁਸੀਂ ਸ਼ੋਅ ਦੇ ਵਿੱਚ ਆਏ ਔਰ ਇਸ ਅਹਿਮ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਸ਼ੈਰੀ ਜੀ, ਚੈਨਲ ਪੰਜਾਬੀ ਦਾ ਵੀ ਥੈਂਕ ਯੂ ਜੀ। ਗੁਰਵਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਜਿਹੜੀ ਹੈ ਗੱਲਬਾਤ ਹੋਈ ਹੈ। ਇਸ ਅਹਿਮ ਮੁੱਦੇ ਨੂੰ ਤੁਸੀਂ ਸਾਰੇ ਵੀ ਬੜੀ ਬਾਰੀਕੀ ਦੇ ਨਾਲ ਦੇਖ ਰਹੇ ਹੋ, ਜਾਂਚ ਕਰ ਰਹੇ ਹੋ, ਔਰ ਤੁਹਾਨੂੰ ਸਭ ਨੂੰ ਪਤਾ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਕੋਈ ਆਪਣਾ ਵੀ ਜ਼ਰੂਰ ਹੈਗਾ। ਸੋ ਇਸ ਵੇਲੇ ਵੱਧ ਚੜ੍ਹ ਕੇ ਅੱਗੇ ਆਉਣ ਦੀ ਲੋੜ ਹੈਗੀ ਹੈ। ਬਹੁਤ ਸਾਰੇ ਲੋਕ ਹਜੇ ਵੀ ਉੱਥੇ ਨੇ, ਘੱਟ ਗਿਣਤੀਆਂ ਦੇ ਵਿੱਚ ਬਹੁਤ ਸਾਰੇ ਸ਼ਰਨਾਰਥੀ ਨੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਪਨਾਹ ਮਿਲ ਸਕੇ। ਮਦਦ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਮਦਦ ਸਿਰਫ ਪੈਸਿਆਂ ਦੇ ਨਾਲ ਹੀ ਨਹੀਂ ਕੀਤੀ ਜਾ ਸਕਦੀ। ਜਿਹੜੇ ਲੋਕ ਪੈਸਿਆਂ ਨਾਲ ਜਾਂ ਕਿਸੇ ਵੀ ਤਰ੍ਹਾਂ ਦੀ ਰਸਦ ਪਾਣੀ ਨਾਲ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਦੇ ਨੇ, ਉਹ ਤਾਂ ਕਰੋ ਹੀ ਕਰੋ। ਜਿਹੜੇ ਲੋਕ ਇਸ ਲੈਵਲ 'ਤੇ ਮਦਦ ਕਰ ਸਕਦੇ ਨੇ ਕਿ ਕਿਸੇ ਵੀ ਮਾਹਰਾਂ ਤੱਕ ਇਸ ਚੀਜ਼ ਨੂੰ ਪਹੁੰਚਾਇਆ ਜਾਏ, ਕਿਸੇ ਪੋਲੀਟੀਸ਼ੀਅਨਸ ਤੱਕ, ਜਿੰਨਾ ਵੀ ਇਸ ਮੁੱਦੇ ਨੂੰ ਲਿਜਾਇਆ ਜਾ ਸਕਦਾ, ਤਾਂ ਕਿ ਸਪੀਡ ਲਿਆਂਦੀ ਜਾਵੇ ਇਸ ਪ੍ਰੋਸੈਸ ਦੇ ਵਿੱਚ, ਕਿਉਂਕਿ ਇਸ ਵੇਲੇ ਖੌਫ ਦੇ ਸਾਏ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੋਰ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਬੈਠੇ ਹੋਏ ਨੇ ਤੇ ਇੰਤਜ਼ਾਰ ਕਰਦੇ ਨੇ ਕਿ ਕਿਹੜੀ ਉਹ ਘੜੀ ਆਵੇ ਜਿੱਥੇ ਕੋਈ ਨਾ
ਕੋਈ ਦੇਸ਼ ਸਾਨੂੰ ਪਨਾਹ ਦੇਣ ਦੇ ਲਈ ਅੱਗੇ ਆ ਜਾਵੇ। ਮੈਕਸੀਕੋ ਨੇ ਆਪਣਾ ਰਿਕਾਰਡ ਤੋੜਿਆ। ਮੈਕਸੀਕੋ ਦੇ ਵਿੱਚ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ, ਪਰ ਹੁਣ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ ਜਿਵੇਂ ਸ਼ੁਰੂਆਤ ਹੋਈ ਹੈ, ਇੱਕ ਜੱਥਾ ਉੱਥੇ ਪਹੁੰਚਿਆ, ਉਹਨਾਂ ਦੇ ਬਿਹਾਫ ਦੇ ਉੱਤੇ ਹੋਰ ਲੋਕ ਲਿਆਣੇ ਨੇ, ਤੇ ਗੁਰਵਿੰਦਰ ਸਿੰਘ ਹੋਣੀ ਤੇ ਉਹਨਾਂ ਦੀ ਪੂਰੀ ਟੀਮ ਲੱਗੀ ਹੋਈ ਹੈ ਕਿ ਇਸ ਵੇਲੇ ਹੋਰ ਲੋਕਾਂ ਨੂੰ ਜਿਹੜਾ ਹੈ ਉਹ ਸੁਰੱਖਿਆ ਕਵਚ ਦੇ ਵਿੱਚ ਲਿਆਂਦਾ ਜਾਏ, ਸੁਰੱਖਿਆ ਘੇਰੇ ਦੇ ਵਿੱਚ ਲਿਆਂਦਾ ਜਾਏ, ਕਿਉਂਕਿ ਖੌਫ ਦੇ ਸਾਏ ਵਿੱਚੋਂ ਲੋਕਾਂ ਨੂੰ ਕੱਢਣਾ ਜ਼ਰੂਰੀ ਹੈ। ਜਿਸ ਲਈ ਇਹਨਾਂ ਦੀ ਟੀਮ ਨੂੰ ਵੀ ਜ਼ਰੂਰਤ ਹੈ ਕਿਤੇ ਨਾ ਕਿਤੇ ਵੱਧ ਚੜ ਕੇ ਸਾਰਿਆਂ ਦਾ ਸਾਥ ਮਿਲਣ ਦੀ। ਸਾਥ ਦੇ ਨਾਲ ਹੀ ਜਿਹੜਾ ਹੈ ਬਹੁਤ ਸਾਰੀਆਂ ਜ਼ਿੰਦਗੀਆਂ ਅਸੀਂ ਸਾਰੇ ਮਿਲ ਕੇ ਬਚਾ ਸਕਦੇ ਹਾਂ। ਸੋ ਕੋਸ਼ਿਸ਼ ਕਰਿਓ, ਜਿਹੜੇ ਵੀ ਪਲੈਟਫਾਰਮ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਿਵੇਂ ਦੀ ਵੀ ਮਦਦ ਕਰ ਸਕਦੇ ਹੋ ਇਹਨਾਂ ਸਾਰੇ ਭਾਈ ਭੈਣਾਂ ਨੂੰ ਉੱਥੋਂ ਕੱਢਣ ਦੇ ਵਿੱਚ, ਤਾਂ ਉਹ ਜ਼ਰੂਰ ਕਰਿਓ। ਕੱਲ੍ਹ ਫਿਰ ਦ ਮਾਰਨਿੰਗ ਸ਼ੋਅ ਦੇ ਵਿੱਚ ਮਿਲਦੇ ਹਾਂ। ਜਲਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਜਥਾ ਇਸ ਵੇਲੇ ਅਫਗਾਨਿਸਤਾਨ ਤੋਂ ਮੈਕਸੀਕੋ ਦੇ ਵਿੱਚ ਪਹੁੰਚਿਆ ਹੋਇਆ, ਜਿਨ੍ਹਾਂ ਨੂੰ ਮੈਕਸੀਕੋ ਨੇ ਪਨਾਹ ਦਿੱਤੀ ਹੈ, ਉਹਨਾਂ ਨਾਲ ਵੀ ਅਸੀਂ ਤੁਹਾਡਾ ਰਾਬਤਾ ਕਰਵਾਈਏ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਜ਼ਰੂਰ ਕਰੀਏ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।